ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕਹਿ ਮਹਿਮਾ ਜੋ ਤਿਹਾਰ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਸੈਨਿਕ ਬਜਰਾ ਦੀਨ ਬਣਾਏ। ਬਖਸ਼ੀ ਬਖਸ਼ ਦਰਬ ਬਹੁ ਆਰਿਆ ਜੁਦ ਸਮੁਦਾਏ। ਦੋਹਰਾ ਸ਼ਾਹ ਬਹਾਦਰ ਸੈਨਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋ ਰਹੀ ਹੈ। ਅਕਾਲ ਪੁਰਖ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਰਹਿਮਤ ਵਰਤਾ ਰਹੇ ਹੈ। ਤਿਨਾਂ ਦੀ ਪਵਿੱਤਰ ਬਾਣੀ ਦੇ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਰਹਿਰਾਸ ਸਾਹਿਬ ਜੀ ਦੇ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਕਰਨ ਦੀ ਸੇਵਾ ਕੀਤੀ। ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਜੋ ਨਿੱਤਾ ਪ੍ਰਤੀ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਦੇ ਹਾਂ ਰਲ ਮਿਲ ਕੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਵਿਚਾਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਜੋ ਯੋਧਿਆਂ ਦੇ ਯੋਧੇ ਹਨ, ਜਰਨੈਲਾਂ ਦੇ ਜਰਨੈਲ ਹਨ, ਸੰਤਾਂ ਦੇ ਸੰਤ ਹਨ, ਅੰਮ੍ਰਿਤ ਕੇ ਦਾਤੇ ਹਨ, ਸਰਬੰਸਦਾਨੀ ਸਾਹਿਬੇ ਕਮਾਲ ਕਿਤਨੇ ਹੀ ਵਿਸ਼ੇਸ਼ਣ ਦੇ ਕੇ ਗੁਰੂ ਕੇ ਸਿੱਖ ਸਤਿਗੁਰੂ ਸਾਹਿਬ ਜੀ ਨੂੰ ਸਨਮਾਨ ਦਿੰਦੇ ਹਨ। ਔਰ ਸਤਿਗੁਰੂ ਸਾਹਿਬ ਜੀ ਇਹਨਾਂ ਸਮਗਰ ਗੁਣਾਂ ਦਾ ਭੰਡਾਰ ਸਤਿਗੁਰੂ ਜੀ ਦੀ ਐਸੀ ਮਿਕਨਾਤੀਸੀ ਸ਼ਖਸੀਅਤ। ਸੋ ਇਤਿਹਾਸ ਦੀ ਲੜੀ ਆਪਾਂ ਆਰੰਭ ਕਰਨੀ ਹੈ। ਉਸ ਤੋਂ ਪਹਿਲਾਂ ਅੱਜ ਇਤਿਹਾਸਕ ਦਿਨ ਵੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਦਿਨ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੀਆਂ ਸੰਗਤਾਂ ਨੇ ਭਾਵਨਾ ਦੇ ਨਾਲ ਮਨਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ 9 ਸਾਲ ਦੀ ਅਵਸਥਾ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ, ਪਰ ਦੁਨਿਆਵੀ ਤੌਰ 'ਤੇ ਸੋਚੀਏ ਇੰਨੀ ਛੋਟੀ ਉਮਰ ਦੇ ਬਾਲਕ ਹੋਣ ਦੇ ਬਾਵਜੂਦ ਐਸੇ ਮਹਾਨ ਕਾਰਨਾਮੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਿਜ 40-42 ਸਾਲਾਂ ਦੀ ਉਮਰ ਤੱਕ ਕਰ ਦਿਖਾਏ, ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਧਰੇ ਵੀ ਨਹੀਂ ਮਿਲ ਸਕਦੀ। ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੇਲੇ
ਅਸਾਮ ਆਦਿਕ ਦੇਸ਼ਾਂ ਦੇ ਵਿੱਚੋਂ ਧਰਮ ਪ੍ਰਚਾਰ ਦਾ ਦੌਰਾ ਖਤਮ ਕਰਕੇ ਵਾਪਸ ਆਉਂਦੇ ਹੈ, ਉੱਥੇ ਹੀ ਖਬਰ ਮਿਲਦੀ ਹੈ ਰਸਤੇ ਵਿੱਚ ਹੀ ਕਿ ਆਪ ਜੀ ਦੇ ਘਰ ਸਾਹਿਬਜ਼ਾਦਾ ਜਨਮਿਆ ਹੈ। ਵਿਆਹ ਤੋਂ 36 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਔਰ ਮਾਤਾ ਗੁਜਰੀ ਜੀ ਨੂੰ ਇਹ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਬੜੀਆਂ ਖੁਸ਼ੀਆਂ ਹੋਈਆਂ, ਸੰਗਤਾਂ ਨੇ ਵਧਾਈਆਂ ਦਿੱਤੀਆਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕਦਮ ਉੱਥੋਂ ਨਹੀਂ ਚੱਲੇ। ਜਿਨ੍ਹਾਂ ਸੰਗਤਾਂ ਨੂੰ ਤਾਰਨਾ ਸੀ, ਜੋ ਧਰਮ ਪ੍ਰਚਾਰ ਦਾ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕਰਕੇ ਇਹ ਬਖਸ਼ਿਸ਼ ਕੀਤੀ ਸੀ, ਗੁਰਤਾ ਗੱਦੀ ਦੀ ਜ਼ਿੰਮੇਵਾਰੀ, ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਕੁਝ ਸਮਾਂ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਨਾ ਸਾਹਿਬ ਆਉਂਦੇ ਹੈ। ਇੱਥੇ ਪਟਨਾ ਸਾਹਿਬ ਦੇ ਬਾਹਰਵਾਰ ਇੱਕ ਬਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਸਾਹਿਬਜ਼ਾਦੇ ਦੇ ਨਾਲ ਔਰ ਪਰਿਵਾਰ ਦੇ ਨਾਲ ਮਿਲਾਪ ਹੁੰਦਾ ਹੈ। ਉਸ ਤੋਂ ਬਾਅਦ ਜਿੱਥੇ ਤਖਤ ਸਾਹਿਬ ਹੈ ਪਟਨਾ ਸਾਹਿਬ, ਸਤਿਗੁਰੂ ਜੀ ਦਾ ਆਗਮਨ ਅਸਥਾਨ, ਉਸ ਜਗ੍ਹਾ 'ਤੇ ਗਏ। ਉਸ ਜਗ੍ਹਾ ਕੁਝ ਸਮਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਤੀਤ ਕੀਤਾ। ਬਾਅਦ ਵਿੱਚ ਆਪ ਜੀ ਅਨੰਦਪੁਰ ਸਾਹਿਬ ਵਾਪਸ ਆ ਗਏ, ਕਿਉਂਕਿ ਅਨੰਦਪੁਰ ਸਾਹਿਬ ਤੋਂ ਹੀ ਚੱਲੇ ਸਨ ਵੱਖ-ਵੱਖ ਤੀਰਥਾਂ ਅਸਥਾਨਾਂ ਦੇ ਉੱਤੇ ਧਰਮ ਪ੍ਰਚਾਰ ਕਰਦੇ ਹੋਏ, ਜੀਵਾਂ ਨੂੰ ਤਾਰਦੇ ਹੋਏ ਉਧਰ ਅਸਾਮ ਵੱਲ ਨੂੰ ਗਏ ਸਨ। ਉੱਥੇ ਰਾਜਿਆਂ ਦੀਆਂ ਸੰਧੀਆਂ ਤੱਕ ਕਰਵਾਉਣੀਆਂ, ਅਨੇਕਾਂ ਨੂੰ ਤਾਰਨਾ। ਉਸ ਤੋਂ ਬਾਅਦ ਸਤਿਗੁਰੂ ਜੀ ਵਾਪਸ ਫਿਰ ਅਨੰਦਪੁਰ ਸਾਹਿਬ ਆ ਗਏ ਆ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੁਨਿਆਵੀ ਆਰਬਲਾ 5 ਸਾਲ ਦੀ ਹੋ ਗਈ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਜਗ੍ਹਾ ਸਤਿਗੁਰੂ ਜੀ ਨੇ ਪਹਾੜੀ ਰਾਜਿਆਂ ਤੋਂ ਮੁੱਲ ਲੈ ਕੇ ਇਹ ਨਗਰ ਵਸਾਇਆ, ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਇਸ ਸ਼ਹਿਰ ਦੇ ਵਿੱਚ, ਇਸ ਨਗਰ ਦੇ ਵਿੱਚ ਲਿਆ ਕੇ ਆਪ ਵਸਾਇਆ। ਇਸ ਸ਼ਹਿਰ ਨੂੰ ਆਬਾਦ ਕੀਤਾ ਮਾਖੋਵਾਲ ਦੀ ਨਗਰ ਦੀ ਜਗ੍ਹਾ ਲੈ ਕੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਸੋਹਣਾ ਅਨੰਦਪੁਰ ਸਾਹਿਬ ਵਸਾ ਕੇ ਬੈਠੇ ਹੈ। ਸਾਹਿਬਜ਼ਾਦੇ ਦੀ ਉਮਰ 5 ਸਾਲ ਦੀ ਹੋਈ। ਸਤਿਗੁਰੂ ਜੀ ਨੇ ਸੁਨੇਹਾ ਭੇਜਿਆ ਸਾਰੇ ਪਰਿਵਾਰ ਨੂੰ, ਵਾਪਸ ਅਨੰਦਪੁਰ ਸਾਹਿਬ ਆ ਜਾਓ। ਸਾਰਾ ਪਰਿਵਾਰ, ਮਾਮਾ ਕਿਰਪਾਲ ਚੰਦ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ, ਸਤਿਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ, ਬਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਅਨੰਦਪੁਰ ਸਾਹਿਬ ਪੰਜਾਬ ਦੀ ਧਰਤੀ 'ਤੇ ਪਹੁੰਚਦੇ ਹੈ। ਨਿੱਤਾਂ ਪ੍ਰਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਲਕਾਂ ਦੇ ਨਾਲ ਖੇਡਦੇ, ਅਨੇਕਾਂ ਬਾਲ ਕੌਤਕ ਕੀਤੇ। ਦਾਦੀ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਮਾਂ ਬੜੇ ਪਿਆਰ ਦੁਲਾਰ ਦੇ ਨਾਲ ਸਾਹਿਬਜ਼ਾਦੇ ਨੂੰ ਸੰਭਾਲ ਕੇ ਰੱਖਦੇ, ਤਿਆਰ ਬਰ ਤਿਆਰ ਕਰਦੇ। ਮਾਤਾ ਨਾਨਕੀ ਜੀ ਦੇ ਮਨ ਵਿੱਚ ਹਮੇਸ਼ਾ ਆਪਣੇ ਪਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਵਸਦੀ। ਆਪਣੇ ਪੋਤਰੇ ਵਿੱਚੋਂ ਆਪਣੇ ਪਤੀ ਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਚਿਹਰਾ ਤੱਕਦੇ। ਉਸੇ ਤਰ੍ਹਾਂ ਦੇ ਸ਼ਾਹੀ ਸ਼ਸਤਰ ਬਸਤਰ ਠਾਠ ਬਾਠ ਦੇ ਨਾਲ ਸਜਾਉਂਦੇ, ਨਿੱਕੀ ਜੀ ਤਲਵਾਰ ਪਹਿਨਾਉਂਦੇ, ਸਿਰ ਦੇ ਉੱਤੇ ਜਿਗਾ ਕਲਗੀ ਦਸਤਾਰ ਦੇ ਉੱਤੇ ਸਜਾ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਦਰਬਾਰ ਵਿੱਚ ਤਿਆਰ ਕਰਕੇ ਭੇਜਿਆ ਕਰਦੇ। ਸੰਗਤਾਂ ਬੜਾ ਪਿਆਰ ਕਰਦੀਆਂ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਉਧਰ ਕੱਟੜ ਮੁਸਲਮਾਨ ਸ਼ਾਸਕ ਔਰੰਗਜ਼ੇਬ ਨੇ ਆਪਣੇ ਧਰਮ ਨੂੰ ਵਧਾਉਣ ਦੇ ਵਾਸਤੇ ਜਿਹੜੇ ਗੈਰ ਇਸਲਾਮੀ ਲੋਕ ਸਨ ਉਹਨਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਕਸ਼ਮੀਰ ਦੇ ਸੂਬੇ ਨੂੰ ਵਿਸ਼ੇਸ਼ ਕਰਕੇ ਹੁਕਮ ਕੀਤਾ। ਇੱਧਰਲੇ ਪਾਸੇ ਬ੍ਰਾਹਮਣਾਂ ਦੀ, ਹਿੰਦੂਆਂ ਦੀ ਵਸੋਂ ਬਹੁਤ ਜ਼ਿਆਦਾ ਸੀ ਔਰ ਹਿੰਦੂਆਂ ਦੇ ਜਿਹੜੇ ਧਾਰਮਿਕ ਮੁਖੀ ਉਹ ਇਸ ਪਾਸੇ ਜ਼ਿਆਦਾ ਰਹਿੰਦੇ ਸਨ। ਬਾਦਸ਼ਾਹ ਦਾ ਵਿਚਾਰ ਸੀ ਕਿ ਜੇ ਇਸ ਕੌਮ ਦੇ ਧਾਰਮਿਕ ਮੁਖੀਆਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਬਾਕੀ ਦੀ ਸਾਰੀ ਜਨਤਾ ਨੇ, ਉਹਨਾਂ ਦੇ ਪਿੱਛੇ ਜਿਹੜੀ ਬਾਕੀ ਸੰਗਤ ਹੈ, ਆਪਣੇ ਆਪ ਮੁਸਲਮਾਨ ਬਣ ਜਾਣਾ ਹੈ। ਕਸ਼ਮੀਰ ਦੇ ਸੂਬੇ ਨੇ ਬਾਦਸ਼ਾਹ ਦੇ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਸਖਤਾਈ ਕਰ ਦਿੱਤੀ। ਜਿਹੜਾ ਤਾਂ ਕੋਈ ਹਿੰਦੂ ਆਪਣੇ ਆਪ ਇਸਲਾਮ ਦੇ ਵਿੱਚ ਸ਼ਾਮਲ ਹੋ ਜਾਂਦਾ, ਉਹਦਾ ਵੀ ਜਨੇਊ ਲਾ ਕੇ ਰੱਖ ਲੈਂਦੇ।
ਤੇ ਜੇ ਕੋਈ ਨਾ ਮੰਨਦਾ ਉਹਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ, ਕੋਈ ਡਰਦਾ ਮੰਨ ਜਾਂਦਾ, ਤੇ ਜਿਹੜਾ ਬਿਲਕੁਲ ਨਹੀਂ ਸੀ ਮੰਨਦਾ, ਆਪਣੇ ਧਰਮ ਦੇ ਅਕੀਦੇ ਉੱਤੇ ਕਾਇਮ ਰਹਿੰਦਾ, ਉਸ ਨੂੰ ਮਾਰ ਦਿੱਤਾ ਜਾਂਦਾ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਇਸੇ ਤਰ੍ਹਾਂ ਜ਼ੁਲਮ ਦਿਨੋਂ ਦਿਨ ਵੱਧਦਾ ਜਾ ਰਿਹਾ, ਜ਼ੁਲਮ ਦੀ ਇੰਤਹਾ ਹੋ ਰਹੀ ਹੈ। ਇਹ ਜਿਹੜੇ ਸਨਾਤਨ ਮਤ ਦੇ, ਹਿੰਦੂ ਮਤ ਦੇ ਮੁਖੀਏ ਲੋਕ ਸਨ, ਬ੍ਰਾਹਮਣ ਪੰਡਿਤ, ਉਹ ਸਾਰੇ ਇਕੱਠੇ ਹੋ ਕੇ ਕਸ਼ਮੀਰ ਦੇ ਸੂਬੇ ਨੂੰ ਮਿਲਦੇ ਆ। ਜਾ ਕੇ ਉਸ ਨੂੰ ਬੇਨਤੀ ਕੀਤੀ ਕਿ ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਵੇ, 6 ਮਹੀਨਿਆਂ ਦਾ ਸਾਨੂੰ ਸਮਾਂ ਦਿੱਤਾ ਜਾਵੇ ਸੋਚਣ ਵਾਸਤੇ। ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਮੁਸਲਮਾਨ ਹੋਣਾ ਹੈ ਜਾਂ ਆਪਣੇ ਹਿੰਦੂ ਧਰਮ ਦੇ ਵਿੱਚ ਰਹਿ ਕੇ ਅਸੀਂ ਆਪਣੀ ਜਾਨ ਦੇ ਦੇਣੀ ਹੈ। ਕਸ਼ਮੀਰ ਦੇ ਸੂਬੇ ਨੇ ਇਹਨਾਂ ਨੂੰ 6 ਮਹੀਨੇ ਦਾ ਸਮਾਂ ਦੇ ਦਿੱਤਾ। ਸਾਧ ਸੰਗਤ ਜੀ, ਇਹ ਜਗ੍ਹਾ ਜਗ੍ਹਾ ਦੇ ਉੱਤੇ ਗਏ ਆਪਣੇ ਧਰਮ ਦੀ ਰੱਖਿਆ ਵਾਸਤੇ, ਕੋਈ ਸਾਡੀ ਮਦਦ ਕਰੇ। ਬਥੇਰੇ ਮੰਦਰਾਂ ਵਿੱਚ ਟੱਲ ਖੜਕਾਏ, ਬਥੇਰਾ ਮੂਰਤੀਆਂ ਦੇ ਉੱਤੇ ਦੁੱਧ ਪਾਇਆ, ਪਰ ਸਾਧ ਸੰਗਤ ਜੀ ਕਿਸੇ ਨੇ ਇਹਨਾਂ ਦੀ ਬਾਂਹ ਨਾ ਫੜੀ। ਆਖਰ ਥੱਕ ਹਾਰ ਕੇ ਇਹਨਾਂ ਦੇ ਭਾਗ ਜਾਗੇ, ਗੁਰੂ ਨਾਨਕ ਦੇ ਘਰ ਵੱਲ ਇਹਨਾਂ ਦਾ ਮੂੰਹ ਹੋ ਗਿਆ। ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਨਾਨਕ ਦੀ 9ਵੀਂ ਜੋਤ, ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਤਾਰ ਰਹੇ ਹਨ। ਇਹ ਕਸ਼ਮੀਰੀ ਬ੍ਰਾਹਮਣਾਂ ਦਾ ਵਫਦ, ਇਹਨਾਂ ਦਾ ਇੱਕ ਡੈਲੀਗੇਟ, ਇਕੱਠੇ ਹੋਇਆਂ ਦਾ ਗਰੁੱਪ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ। ਗਰਦਨਾਂ ਝੁਕੀਆਂ ਹੋਈਆਂ, ਨੇਤਰਾਂ ਦੇ ਵਿੱਚੋਂ ਜਲ ਵਹਿੰਦਾ, ਬੜੇ ਅਧੀਰ, ਬੜੇ ਦੀਨ ਦੁਖੀ ਹੋ ਕੇ, ਗਲਾਂ ਵਿੱਚ ਪੱਲੇ ਪਾ ਕੇ, ਪੰਡਿਤ ਕਿਰਪਾ ਰਾਮ ਜਾਂ ਕਿਰਪਾ ਦੱਤ ਦੀ ਅਗਵਾਈ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਆ ਕੇ ਨਮਸਕਾਰ ਕਰਕੇ ਬੇਨਤੀਆਂ ਕਰਦੇ, ਮਹਾਰਾਜ ਸਾਡੇ ਧਰਮ ਦੇ ਉੱਤੇ ਆਹ ਵਿਪਤਾ ਆਣ ਬਣੀ ਹੈ। 6 ਮਹੀਨੇ ਦਾ ਸਮਾਂ ਅਸੀਂ ਕਸ਼ਮੀਰ ਦੇ ਸੂਬੇ ਤੋਂ ਲਿਆ, ਔਰੰਗਜ਼ੇਬ ਦੇ ਹੁਕਮ ਦੇ ਮੁਤਾਬਕ ਉਹਨੇ ਸਾਨੂੰ ਮੁਸਲਮਾਨ ਬਣਾ ਦੇਣਾ ਹੈ। ਆਪ ਜੀ ਸ਼ਰਨ ਆਇਆਂ ਦੀ ਲਾਜ ਰੱਖਦੇ ਹੋ, ਸੁਣਿਆ ਤੁਹਾਡੇ ਦਰਬਾਰ ਵਿੱਚ ਜਿਹੜਾ ਸ਼ਰਨ ਵਿੱਚ ਆਵੇ, ਸ਼ਰਨ ਆਏ ਦੀ ਲੱਜਿਆ ਰੱਖਣਾ, ਇਹ ਗੁਰੂ ਦਾ ਬਿਰਦ ਹੈ। ਗੁਰਬਾਣੀ ਦੇ ਵਚਨ ਹਨ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਧਾ। ਇਹ ਮੇਰੇ ਮਾਲਕ ਦਾ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦਾ ਇਹ ਸੁਭਾਅ ਹੈ, ਇਹ ਬਾਣ ਹੈ, ਆਦਤ ਹੈ, ਇਹ ਨਿਯਮ ਅਸੂਲ ਹੈ। ਜਿਹੜਾ ਵੀ ਸੱਚੇ ਦਿਲੋਂ ਸ਼ਰਨ ਦੇ ਵਿੱਚ ਆ ਗਿਆ, ਉਸ ਦੀ ਰੱਖਿਆ ਜ਼ਰੂਰ ਹੁੰਦੀ ਹੈ, ਉਹਦੀ ਭਾਵਨਾ ਜ਼ਰੂਰ ਪੂਰੀ ਹੁੰਦੀ ਹੈ। ਸਤਿਗੁਰੂ ਜੀ ਦੇ ਦਰਬਾਰ ਵਿੱਚ ਨਿੰਮੋ ਝੂਣੇ ਹੋਏ ਇਹ ਖੜੇ ਹੈ। ਸਤਿਗੁਰੂ ਜੀ ਕੁਝ ਗੰਭੀਰ ਹੋ ਕੇ ਸੋਚਣ ਲੱਗ ਪਏ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੰਨੇ ਸਮੇਂ ਨੂੰ ਗੁਰਦਰਬਾਰ ਦੇ ਵਿੱਚ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦਾਖਲ ਹੁੰਦੇ ਹਨ। ਸਤਿਗੁਰੂ ਸਾਹਿਬ ਜੀ ਆਏ ਬਾਲ ਅਵਸਥਾ ਵਿੱਚ, ਆ ਕੇ ਗੁਰੂ ਪਿਤਾ ਜੀ ਨੂੰ ਸਵਾਲ ਕਰਦੇ ਹੈ, ਹੇ ਗੁਰੂ ਪਿਤਾ ਜੀਓ, ਦਰਬਾਰ ਵਿੱਚ ਇੰਨਾ ਸਨਾਟਾ ਕਿਉਂ ਹੈ, ਗਮਗੀਨ ਮਾਹੌਲ ਕਿਉਂ ਹੈ? ਆ ਕੌਣ ਲੋਕ ਹੈ, ਚਿੱਟੇ ਬਸਤਰਾਂ ਵਾਲੇ, ਗਰਦਨਾਂ ਝੁਕਾ ਕੇ ਖੜੇ ਹੈ, ਰੋ ਰਹੇ ਹੈ, ਇਹਨਾਂ ਦੀ ਐਸੀ ਹਾਲਤ ਕਿਉਂ ਹੈ? ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗੰਭੀਰ ਅਵਸਥਾ ਦੇ ਵਿੱਚੋਂ ਨੇਤਰ ਉੱਪਰ ਨੂੰ ਚੁੱਕ ਕੇ ਬੋਲੇ, ਪੁੱਤਰ ਜੀ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜ਼ਬਰਦਸਤੀ ਇਹਨਾਂ ਦਾ ਧਰਮ ਤਬਦੀਲ ਕਰਨਾ ਚਾਹੁੰਦਾ ਹੈ। ਬੇਨਤੀ ਕੀਤੀ, ਨੰਨੇ ਨੰਨੇ ਹੱਥ ਜੋੜ ਕੇ ਪਾਤਸ਼ਾਹ ਨੇ ਕਹਿਣ ਲੱਗੇ, ਸਤਿਗੁਰੂ ਜੀ, ਇਹਨਾਂ ਦਾ ਧਰਮ ਬਚ ਕਿਵੇਂ ਸਕਦਾ ਹੈ? ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ? ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਲਾਲ ਜੀ, ਜਿਵੇਂ ਬਿਮਾਰ ਸਰੀਰ ਹੋਵੇ ਉਹਨੂੰ ਨਵੇਂ ਖੂਨ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਇਹਨਾਂ ਦਾ ਧਰਮ ਵੀ ਅੱਜ ਜਿਵੇਂ ਬਿਮਾਰ ਸਰੀਰ ਖਾਤਮੇ ਦੇ ਕੰਢੇ ਹੁੰਦਾ ਨਾ, ਇਸੇ ਤਰ੍ਹਾਂ ਇਹਨਾਂ ਦਾ ਧਰਮ ਖਤਮ ਹੋਣ ਕਿਨਾਰੇ ਹੈ। ਇਹਨਾਂ ਦੇ ਧਰਮ ਨੂੰ ਵੀ ਖੂਨ ਦੀ ਲੋੜ ਹੈ। ਕੋਈ ਮਹਾਨ ਮਹਾਪੁਰਸ਼ ਆਪਣੇ ਤਨ ਦੀ ਸ਼ਹਾਦਤ ਇਹਨਾਂ ਵਾਸਤੇ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਉਸੇ ਪਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲਕ ਅਵਸਥਾ ਦੇ ਵਿੱਚ ਸਹਿਜ ਸੁਭਾਏ ਬੋਲੇ, ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ,
ਜੇ ਇਹਨਾਂ ਦਾ ਧਰਮ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੇ ਨਾਲ ਬਚ ਸਕਦਾ ਤੇ ਇਸ ਵੇਲੇ ਆ ਗੁਰੂ ਨਾਨਕ ਦੀ ਗੱਦੀ ਉੱਤੇ ਬਿਰਾਜਮਾਨ ਹੋ ਆਪ ਜੀ ਨਾਲੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ। ਆਪ ਹੀ ਕਿਰਪਾ ਕਰੋ, ਆਪਣੀ ਸ਼ਹਾਦਤ ਦੇ ਕੇ ਇਹਨਾਂ ਦਾ ਧਰਮ ਬਚਾ ਲਓ। ਖਿਆਲ ਕਰੋ ਖਾਲਸਾ ਜੀ, ਦੁਨੀਆ ਦੇ ਵਿੱਚ ਗੁਰੂ ਪੀਰ ਪੈਗੰਬਰ ਔਲੀਏ ਅਵਤਾਰ ਬਹੁਤ ਹੋਏ, ਬਹੁਤ ਹਨ ਤੇ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਵੀ। ਧਾਰਮਿਕ ਪੁਰਸ਼ਾਂ ਦੀ ਸਾਡੇ ਇਸ ਦੇਸ਼ ਦੇ ਵਿੱਚ ਕਦੇ ਕਮੀ ਨਹੀਂ ਰਹੀ, ਪਰ ਕੋਈ ਐਸਾ ਧਾਰਮਿਕ ਪੁਰਸ਼, ਕੋਈ ਐਸਾ ਕਿਸੇ ਧਰਮ ਦਾ ਰਹਿਬਰ ਹੋਇਆ ਆ 9 ਸਾਲ ਦੀ ਅਵਸਥਾ ਦੇ ਵਿੱਚ ਆ ਦੁਨੀਆ ਦੇ ਬੱਚਿਆਂ ਦੇ ਪਿਤਾ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰਨ ਦਾ ਹੀਆ ਕਰੇ। ਕੇਵਲ ਤੇ ਕੇਵਲ ਇਹ ਮਿਸਾਲ ਗੁਰੂ ਘਰ ਦੇ ਵਿੱਚੋਂ ਮਿਲੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਿਨਾਂ ਐਸਾ ਸ਼੍ਰੇਅ ਕਿਸੇ ਨੂੰ ਨਹੀਂ ਮਿਲੇਗਾ। ਸਤਿਗੁਰੂ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ, ਕਹਿੰਦੇ ਸਾਹਿਬਜ਼ਾਦਾ ਜੀ ਅਸੀਂ ਸ਼ਹਾਦਤ ਦੇ ਦਿਆਂਗੇ। ਅਸੀਂ ਵੀ ਇਹੀ ਸੋਚ ਰਹੇ ਸੀ, ਪਰ ਅਸੀਂ ਇਹ ਵੀ ਸੋਚਦੇ ਹਾਂ ਜਿਹੜਾ ਬਾਦਸ਼ਾਹ ਇੰਨਾ ਤੁੱਸਬੀ ਹੈ, ਜਿਸ ਨੇ ਆਪਣੇ ਪਿਓ ਨੂੰ ਕੈਦ ਕਰਕੇ, ਭਰਾਵਾਂ ਨੂੰ ਕਤਲ ਕਰਕੇ ਰਾਜਗੱਦੀ ਹਾਸਲ ਕੀਤੀ ਹੈ, ਆ ਛੋਟੀ ਅਵਸਥਾ ਵਿੱਚ ਤੇਰਾ ਵਾਹ ਉਸ ਤੁੱਸਬੀ ਮੁਗਲ ਸ਼ਾਸਕ ਦੇ ਨਾਲ ਪੈਣਾ, ਔਰੰਗਜ਼ੇਬ ਦੇ ਨਾਲ ਕੀ ਹੋਵੇਗਾ, ਕਿਸ ਤਰ੍ਹਾਂ ਸਾਹਮਣਾ ਕਰ ਪਾਓਗੇ। ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਬੜੇ ਦਲੇਰੀ ਭਰਪੂਰ ਬਚਨ ਆਖੇ, ਪਿਤਾ ਗੁਰੂ ਜੀ, ਜਿਵੇਂ ਆਪ ਜੀ ਨੇ ਕਿਰਪਾ ਕਰਕੇ ਇਹਨਾਂ ਦਾ ਧਰਮ ਬਚਾਉਣ ਦਾ ਫੈਸਲਾ ਲਿਆ, ਇਸੇ ਤਰ੍ਹਾਂ ਜੇ ਹਿੰਦੂਆਂ ਦਾ ਧਰਮ ਆਪ ਜੀ ਰੱਖੋਗੇ ਤੇ ਕੀ ਆਪ ਜੀ ਆਪਣੇ ਸਿੱਖਾਂ ਦੀ ਰੱਖਿਆ ਨਹੀਂ ਕਰੋਗੇ। ਆਪ ਜੀ ਗੁਰੂ ਨਾਨਕ ਸਰੂਪ ਨੌਵੇਂ ਪਾਤਸ਼ਾਹੀਆਂ ਸਦਾ ਸਿੱਖਾਂ ਦੇ ਅੰਗ ਸੰਗ ਹਨ। ਆਪ ਜੀ ਨਿਸ਼ਚਿੰਤ ਹੋ ਕੇ ਜਾਓ। ਸਤਿਗੁਰੂ ਜੀ ਦੇ ਬਚਨ ਵੀ ਹਨ, ਜਬ ਦਾਂਤ ਨ ਥੇ ਤਬ ਦੂਧ ਦਿਓ, ਆਪ ਦਾਂਤ ਦੀਏ ਕਿਆ ਰਿਜ਼ਕ ਨਾ ਦੇਹੋ। ਆਪ ਜੀ ਅਕਾਲ ਪੁਰਖ ਦਾ ਸਰੂਪ ਹੋ। ਜਦੋਂ ਬੱਚੇ ਨੂੰ ਜਨਮ ਦਿੰਦੇ ਹੋ, ਦੰਦ ਨਹੀਂ ਹੁੰਦੇ ਮੂੰਹ ਦੇ ਵਿੱਚ, ਕੁਝ ਖਾ ਨਹੀਂ ਸਕਦਾ, ਕੁਝ ਚਿੱਥ ਨਹੀਂ ਸਕਦਾ, ਉਸ ਵੇਲੇ ਉਹਦੀ ਪ੍ਰਤਪਾਲਨਾ ਵਾਸਤੇ ਦੁੱਧ ਪੈਦਾ ਕੀਤਾ ਮਾਤਾ ਦਾ। ਹੁਣ ਦੰਦ ਦਿੱਤੇ ਹੈ ਕਿ ਰਿਜ਼ਕ ਨਹੀਂ ਦਿਓਗੇ, ਕਿ ਸਾਡਾ ਪਾਲਣ ਪੋਸ਼ਣ ਨਹੀਂ ਹੋਵੇਗਾ। ਆਪ ਜੀ ਨੇ ਦਰੁਸਤ ਫੈਸਲਾ ਲਿਆ ਹੈ, ਆਪ ਜੀ ਜਾਓ। ਉਸ ਤੋਂ ਬਾਅਦ ਮੈਂ ਸੰਖੇਪ ਕਰਾਂ, ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਣ ਦੀ ਤਿਆਰੀ ਕਰਦੇ ਆ। ਜਾਣ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ। ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਮਤ ਵੀ ਹੈ। ਕੋਈ ਕਹਿੰਦੇ ਨੇ ਔਰੰਗਜ਼ੇਬ ਦੀ ਕੈਦ ਵਿੱਚ ਦਿੱਲੀ ਤੋਂ ਗੁਰਤਾ ਗੱਦੀ ਭੇਜੀ ਸਿੱਖਾਂ ਦੇ ਹੱਥ ਸਤਿਗੁਰੂ ਜੀ ਨੇ। ਗੁਰੂ ਕੀਆਂ ਸਾਖੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੰਮਤ 1732 ਪ੍ਰਵਿਸ਼ਟੇ सावन 8 के देहों सतगुरु साहब जी ने अपने दीवान दरगाह मल से कहा कि गुरता गद्दी की रस्म करनी है। दीवान दरगाह मल नूं बुला के सारी तैयारी करवाई गई। सतगुरु जी अपने हथीं धन गुरु गोबिंद सिंह साहब महाराज नूं गुरता गद्दी की रस्म अर्पण करके गए, जिवें पहले गुरु साहिबान अपनी जिंदगी हयाती दे विच अगले उत्तराधिकारी नूं गुरता गद्दी दे के जाते रहे। उस तो बाद सतगुरु साहब जी मालवे देश के विचों विचरते सो वख-वख नगरां दे विचों हुंदे होए आगरे विखे गिरफ्तारी दिंदे आ। दिल्ली विखे सतगुरु जी दे नाल दे सिखां दी शहादत हुंदी है। भाई मती दास जी उन्हां नूं आरे दे नाल चीरिया जांदा। भाई सती दास जी नूं जिउंदियां तन दे उत्ते रूह लपेट के शरीर अगन भेट किया जांदा। भाई दयाला जी नूं देगे दे विच उबाल के शहीद किया गया। जदों आ खबरां आनंदपुर साहिब पहुँचदियां सतगुरु तेग बहादुर साहिब जी की शहादत का उधर समा आया और सतगुरु साहिब जी की शहादत हो जाती है। जलालुद्दीन दे तलवार दे वार दे नाल सतगुरु जी का सीस धड़ तो अलग होकर सतगुरु जी ये हिंदवैण की रखिया करते हैं, हिंदू धर्म की उस जनेऊ की उस टिक्के की जिसनों सतगुरु सच्चे पातशाह जी ने आप पहले जामे विच पहनणों
ਇਹ ਕਹਿ ਕੇ ਇਨਕਾਰ ਕੀਤਾ ਕਿ ਜੇ ਧਰਮ ਦੇ ਗੁਣ ਅੰਦਰ ਨਹੀਂ ਹਨ ਤੇ ਫਿਰ ਬਾਹਰੀ ਸਿਰਫ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਕੀ ਫਾਇਦਾ। ਜੇ ਧਾਰਮਿਕ ਚਿੰਨ੍ਹਾਂ ਵਾਲਾ ਇਹ ਪੰਡਤ ਜੀ ਜਿਹੜੇ ਤੁਸੀਂ ਮੈਨੂੰ ਪਹਿਨਾ ਰਹੇ ਹੋ, ਜੇ ਇਹ ਧਾਰਮਿਕ ਚਿੰਨ੍ਹਾਂ ਦੇ ਮੂਜਬ ਤੁਹਾਡਾ ਜੀਵਨ ਹੈ ਤਾਂ ਫਿਰ ਮੈਨੂੰ ਪਹਿਨਾ ਦਿਓ। ਮਨਾ ਨਹੀਂ ਕੀਤਾ ਧਰਮ ਦੇ ਚਿੰਨ੍ਹ ਨੂੰ। ਸਤਿਗੁਰੂ ਜੀ ਨੇ ਇਹ ਇਨਕਾਰ ਨਹੀਂ ਕੀਤਾ ਵੀ ਇਹ ਪਹਿਨਣਾ ਨਹੀਂ ਚਾਹੀਦਾ, ਸਗੋਂ ਸਿੱਖਿਆ ਦਿੱਤੀ ਕਿ ਧਾਰਮਿਕ ਚਿੰਨ੍ਹ ਪਹਿਨੀਏ ਅਤੇ ਉਹਨਾਂ ਦਾ ਮਤਲਬ ਵੀ ਸਾਡੇ ਜੀਵਨ ਦੇ ਵਿੱਚੋਂ ਝਲਕੇ, ਸਾਡਾ ਜੀਵਨ ਧਾਰਮਿਕ ਚਿੰਨ੍ਹਾਂ ਦੇ ਅਨੁਸਾਰ ਹੀ ਹੋਵੇ। ਜੋ ਸਤਿਗੁਰੂ ਜੀ ਨੇ ਆਪਣੀ ਵੱਖਰੀ ਹੋਂਦ, ਹਸਤੀ, ਵਿਲੱਖਣ ਕੌਮ ਪੈਦਾ ਕਰਨ ਦਾ ਜਿਹੜਾ ਮਿਸ਼ਨ ਸੀ, ਉਸ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਨਹੀਂ ਪਹਿਨਿਆ। ਤੋ ਸਤਿਗੁਰੂ ਸਾਹਿਬ ਜੀ ਅੱਜ 9ਵੇਂ ਸਰੂਪ ਦੇ ਵਿੱਚ ਉਸੇ ਜੰਝੂ ਦੀ, ਉਸੇ ਤਿਲਕ ਦੀ ਰਾਖੀ ਵਾਸਤੇ ਸ਼ਹਾਦਤ ਦਿੰਦੇ ਹੈ। ਸਤਿਗੁਰੂ ਸਾਹਿਬ ਜੀ ਦੇ ਆਪਣੇ ਬਚਨ ਹਨ ਮੁਖਾਰਬਿੰਦ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਾਧੂਆਂ ਦੇ ਵਾਸਤੇ, ਧਾਰਮਿਕ ਪੁਰਸ਼ਾਂ ਦੇ ਧਰਮ ਨੂੰ ਰੱਖਣ ਵਾਸਤੇ ਸਤਿਗੁਰੂ ਜੀ ਨੇ ਇਤੀ ਕਰ ਦਿੱਤੀ। ਇਤੀ ਕਹਿੰਦੇ ਅੰਤ ਨੂੰ, ਇਸ ਤੋਂ ਬਾਅਦ ਹੋਰ ਕੁਝ ਨਹੀਂ। ਜੀਵਨ ਲੀਲਾ ਸਮਾਪਤ ਕਰ ਲਈ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਕਿਸੇ ਹੋਰ ਨੇ ਐਸਾ ਕਾਰਨਾਮਾ ਨਹੀਂ ਦੁਨੀਆ ਦੇ ਵਿੱਚ ਕੀਤਾ। ਆਪੋ ਆਪਣੇ ਧਰਮ ਵਾਸਤੇ ਸਭ ਸਾਧ ਸੰਗਤ ਜੀ ਹਰ ਪ੍ਰਕਾਰ ਦੇ ਯਤਨ ਕਰਦੇ ਆ, ਧਰਮ ਦਾ ਵਾਧਾ ਹੋਵੇ, ਧਰਮ ਨੂੰ ਬਚਾਇਆ ਜਾਵੇ। ਪਰ ਜਿਸ ਧਰਮ ਦੇ ਧਾਰਮਿਕ ਚਿੰਨ੍ਹਾਂ ਵਿੱਚ ਸਤਿਗੁਰੂ ਦਾ ਵਿਸ਼ਵਾਸ ਨਹੀਂ ਹੈ, ਉਸ ਵਾਸਤੇ ਸਤਿਗੁਰੂ ਸਾਹਿਬ ਜੀ ਸ਼ਹਾਦਤ ਦਿੰਦੇ ਆ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਗੁਰੂ ਕੇ ਅਨੰਨ ਬਹਾਦਰ ਸਿੱਖ ਬ੍ਰਹਮ ਗਿਆਨੀ ਭਾਈ ਜੈਤਾ ਜੀ ਵੱਖੋ ਵੱਖਰੇ ਪੜਾਵਾਂ ਦੇ ਰਾਹੀਂ ਹੁੰਦੇ ਹੋਏ ਬਚਦੇ ਬਚਾਉਂਦੇ ਅਨੰਦਪੁਰ ਸਾਹਿਬ ਸੀਸ ਲੈ ਕੇ ਪਹੁੰਚਦੇ ਹੈ। ਗੁਰਦੁਆਰਾ ਬੇਵਾਨਗੜ੍ਹ ਸਾਹਿਬ, ਇੱਥੇ ਜਾ ਕੇ ਸਤਿਗੁਰੂ ਜੀ ਦੇ ਪਵਿੱਤਰ ਸੀਸ ਦਾ ਸਤਿਕਾਰ ਕਰਨ ਦੇ ਲਈ, ਜੀ ਆਇਆਂ ਨੂੰ ਕਹਿਣ ਲਈ, ਭਾਈ ਜੈਤਾ ਜੀ ਤੋਂ ਸੀਸ ਲੈਣ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਹੋ ਕੇ ਪਹੁੰਚਦੇ ਆ ਪਰਿਵਾਰ ਸਮੇਤ। ਸਤਿਗੁਰੂ ਸਾਹਿਬ ਜੀ ਦੇ ਸੀਸ ਨੂੰ ਲੈਣ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਪਨ ਅਵਸਥਾ 9 ਸਾਲ ਦੀ ਉਮਰ ਵਿੱਚ ਭਾਈ ਜੈਤਾ ਜੀ ਨੂੰ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਅੰਮ੍ਰਿਤ ਛਕ ਕੇ ਬਾਬਾ ਜਿਉਣ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਬਣਦਾ, ਉਹਨਾਂ ਨੂੰ ਗਲੇ ਦੇ ਨਾਲ, ਛਾਤੀ ਦੇ ਨਾਲ ਲਾ ਕੇ ਵਰ ਦਿੰਦੇ ਆ, ਰੰਗ ਰੇਟੇ ਗੁਰੂ ਕੇ ਬੇਟੇ, ਤੁਸੀਂ ਗੁਰੂ ਦੇ ਪੁੱਤਰ ਹੋ। ਅੱਜ ਜਿੱਥੇ ਆਪਾਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 4 ਸਾਹਿਬਜ਼ਾਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਿੰਦੀ ਔਲਾਦ ਤੋਂ ਵੀ ਪਹਿਲਾਂ ਉਹਨਾਂ ਨੇ ਆਪਣਾ ਇੱਕ ਪੁੱਤ ਬਣਾਇਆ, ਉਹ ਹੈ ਭਾਈ ਜੈਤਾ, ਬਾਬਾ ਜੀਵਨ ਸਿੰਘ। 4 ਸਾਹਿਬਜ਼ਾਦੇ ਬਾਅਦ ਵਿੱਚ ਹੋਏ, ਪਹਿਲਾ ਪੁੱਤਰ ਉਹਨਾਂ ਦਾ ਬਾਬਾ ਜੀਵਨ ਸਿੰਘ ਹੈ, ਭਾਈ ਜੈਤਾ ਜੀ ਹੈ। ਸਤਿਗੁਰੂ ਸਾਹਿਬ ਜੀ ਦੇ ਸੀਸ ਦਾ ਸਤਿਕਾਰ ਕੀਤਾ ਗਿਆ। ਅਨੰਦਪੁਰ ਸਾਹਿਬ ਜਦੋਂ ਆਪਾਂ ਖਾਲਸਾ ਜੀ ਦਰਸ਼ਨ ਕਰਦੇ ਹਾਂ, ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ, ਉਹਦੇ ਨੇੜੇ ਹੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਹੈ। ਇਸ ਜਗ੍ਹਾ ਦੇ ਉੱਤੇ ਸੰਗਤਾਂ ਨੇ ਇਕੱਤਰ ਹੋ ਕੇ ਸਤਿਗੁਰੂ ਸਾਹਿਬ ਜੀ ਨੂੰ, ਜੋ ਰਸਮੀ ਤੌਰ 'ਤੇ ਫਿਰ ਗੁਰਤਾ ਗੱਦੀ ਦੀ ਜਿਹੜੀ ਰਸਮ ਨਿਭਾਈ ਹੈ, ਕਿਉਂਕਿ ਇੱਕ ਤਾਂ ਹੁੰਦਾ ਗੁਰਤਾ ਗੱਦੀ ਦੇ ਦੇਣੀ, ਪਹਿਲੇ ਸਮੇਂ ਵਿੱਚ ਵੀ ਐਵੇਂ ਹੁੰਦਾ ਆਇਆ। ਬਾਦਸ਼ਾਹ ਜਿਹੜੇ ਸੀ ਨਾ, ਉਹ ਆਪਣੇ ਜਿਉਂਦੇ ਜੀ ਆਪਣਾ ਅਗਲਾ ਉੱਤਰਾਧਿਕਾਰੀ, ਆਪਣੀ ਰਾਜਗੱਦੀ ਦਾ ਵਾਰਸ ਥਾਪ ਜਾਂਦੇ ਸੀ। ਪਰ ਜਦੋਂ ਬਾਦਸ਼ਾਹ ਦੇ ਜੀਵਨ ਦਾ ਅੰਤ ਹੁੰਦਾ, ਚੜ੍ਹਾਈ ਹੁੰਦਾ, ਉਹਦੇ ਕਿਰਿਆ ਕਰਮ ਤੋਂ ਬਾਅਦ ਫਿਰ ਰਸਮੀ ਤੌਰ 'ਤੇ, ਜਾਂ ਜਿਸ ਨੂੰ ਆਪਾਂ ਮੌਜੂਦਾ ਭਾਸ਼ਾ ਵਿੱਚ ਕਹਿੰਦੇ ਆ ਆਫੀਸ਼ੀਅਲੀ, ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 9 ਸਾਲ ਦੀ ਅਵਸਥਾ ਵਿੱਚ ਸਾਰੇ ਸਿੱਖਾਂ ਨੇ ਤਿਆਰੀ ਕੀਤੀ। ਮਾਮਾ ਕਿਰਪਾਲ ਚੰਦ ਜੀ, ਸਾਹਿਬ ਚੰਦ ਜੀ, ਇਸੇ ਤਰ੍ਹਾਂ ਹੋਰ ਬੇਅੰਤ ਗੁਰੂ ਕੇ ਸਿੱਖ, ਵੱਖ-ਵੱਖ ਇਲਾਕਿਆਂ ਵਿੱਚੋਂ 52 ਮਸੰਦ ਆਏ। ਚਾਰੇ ਗੁਰੂ ਕੁਲਾਂ ਦੇ ਸਾਹਿਬਜ਼ਾਦੇ ਵੀ ਪਹੁੰਚੇ।
ਖੱਤਰੀਆਂ ਦੇ ਵਿੱਚੋਂ ਵੀ ਆਏ, ਤ੍ਰਿਹਣਾ ਵਿੱਚੋਂ ਵੀ ਆਏ, ਭੱਲਿਆਂ ਵਿੱਚੋਂ ਵੀ ਆਏ ਤੇ ਸਤਿਗੁਰੂ ਜੀ ਦੀ ਵੰਸ ਸੋਢੀਆਂ ਦੇ ਵਿੱਚੋਂ ਵੀ ਆਏ। ਆ ਕੇ ਸਾਰਿਆਂ ਨੇ ਬੜੇ ਅਦਬ ਦੇ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਲੇ ਸਿੰਘਾਸਣ ਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੈਠਣ ਦੇ ਲਈ ਬੇਨਤੀ ਕੀਤੀ। ਜਿੰਨੀ ਦੇਰ ਤੱਕ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਸਰੀਰ ਜੀਵਤ ਰਿਹਾ, ਓਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਨਹੀਂ ਬੈਠੇ। ਅਦਬ ਦੇ ਨਾਲ ਜਾਂਦੇ, ਸਤਿਗੁਰੂ ਜੀ ਦੇ ਗੁਰਤਾ ਸਿੰਘਾਸਣ ਨੂੰ ਨਮਸਕਾਰ ਕਰਕੇ ਆਪ ਸਾਈਡ 'ਤੇ ਬੈਠ ਜਾਂਦੇ ਸਨ, ਨੀਵੀਂ ਜਗ੍ਹਾ 'ਤੇ, ਕਿਉਂਕਿ ਗੁਰੂ ਸਾਹਿਬ ਉਸ ਵੇਲੇ ਸਰੀਰਕ ਰੂਪ ਵਿੱਚ ਮੌਜੂਦ ਸਨ। ਜਦੋਂ ਸ਼ਹਾਦਤ ਦੀ ਖਬਰ ਮਿਲਦੀ ਆ, ਉਸ ਤੋਂ ਬਾਅਦ ਫਿਰ ਇਹ ਰਸਮੀ ਤੌਰ ਦੇ ਉੱਤੇ ਗੁਰਤਾ ਗੱਦੀ ਅਰਪਣ ਕੀਤੀ ਗਈ। ਗੁਰਤਾ ਗੱਦੀ ਅਰਪਣ ਕਰਨ ਵਾਸਤੇ ਕਹਿੰਦੇ ਗੁਰਤਾ ਗੱਦੀ ਦੀ ਰਸਮ ਹੁਣ ਕੌਣ ਨਿਭਾਵੇ। ਪਹਿਲੇ ਗੁਰੂ ਸਾਹਿਬਾਨਾਂ ਦੇ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਧੁਰ ਦਰਗਾਹ ਤੋਂ ਹੀ ਗੁਰੂ ਸਨ, ਅਕਾਲ ਪੁਰਖ ਵਾਹਿਗੁਰੂ ਨੇ ਆਪ ਉਹਨਾਂ ਨੂੰ ਗੁਰਤਾ ਅਰਪਣ ਕੀਤੀ ਹੈ। ਜਦੋਂ ਸਤਿਗੁਰੂ ਜੀ ਅਕਾਲ ਪੁਰਖ ਦੇ ਸਦਰਸ਼ ਜਾ ਕੇ ਮਹਾਮੰਤਰ ਦੀ ਬਖਸ਼ਿਸ਼ ਲੈਂਦੇ ਹੈ, ਮੂਲ ਮੰਤਰ ਆ ਕੇ ਸੁਲਤਾਨਪੁਰ ਦੀ ਧਰਤੀ 'ਤੇ ਸੰਗਤਾਂ ਨੂੰ ਬਖਸ਼ਦੇ ਆ ਤੇ ਅਕਾਲ ਪੁਰਖ ਦੇ ਸਦਰਸ਼ ਸੋਦਰ ਰਹਿ ਰਸ ਵਾਲਾ ਜਿਹੜਾ ਸ਼ਬਦ ਉਚਾਰਨ ਕਰਦੇ ਹੈ। ਉਸ ਵੇਲੇ ਉਹਨਾਂ ਨੇ ਆਖਿਆ, ਮੈਂ ਪਾਰ ਬ੍ਰਹਮ ਪਰਮੇਸ਼ਰ, ਹੇ ਗੁਰੂ ਨਾਨਕ ਦੇਵ ਜੀ ਤੁਸੀਂ ਗੁਰੂ ਪਰਮੇਸ਼ਰ। ਧੁਰ ਦਰਗਾਹ ਤੋਂ ਗੁਰਤਾ ਗੱਦੀ ਲੈ ਕੇ ਆਏ। ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਿੱਖ ਨਿਭਾਉਂਦੇ ਰਹੇ। ਗੁਰਤਾ ਗੱਦੀ ਦਾ ਤਿਲਕ ਉਹ ਦਿੰਦੇ ਰਹੇ। ਬਾਅਦ ਵਿੱਚ ਉਹਨਾਂ ਦੀ ਕੁਲ ਵਿੱਚੋਂ ਬਾਬਾ ਭਾਨਾ ਜੀ, ਉਹ ਗੁਰਤਾ ਗੱਦੀ ਦੀ ਰਸਮ, ਜਦੋਂ 10ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣ ਦਾ ਸਮਾਂ ਆਉਂਦਾ ਤਾਂ ਖਾਲਸਾ ਜੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਸਾਰੇ ਜਿਹੜੇ ਇਹ ਜੀ ਹੈ ਵਡੇਰੇ, ਉਹ ਚੜ੍ਹਾਈ ਕਰ ਚੁੱਕੇ ਹੈ। ਸਿਰਫ ਇੱਕੋ ਇੱਕ ਬਾਲਕ ਅਵਸਥਾ ਦੇ ਵਿੱਚ ਭਾਈ ਰਾਮ ਕੋਇਰ ਜੀ ਬਾਕੀ ਹੈ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹੈ ਤੇ 5 ਸਾਲ ਇਹ ਜਿਹੜੇ ਹੈਗੇ ਨੇ 4 ਸਾਲ ਸਤਿਗੁਰੂ ਸਾਹਿਬ ਜੀ ਤੋਂ ਛੋਟੇ ਆ। 5 ਸਾਲਾਂ ਦੀ ਉਮਰ ਹੈ ਭਾਈ ਰਾਮ ਕੋਇਰ ਜੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ, ਸ਼ਹਾਦਤ ਦਿੰਦੇ ਹੈ, ਉੱਥੇ ਹੀ ਭਾਈ ਰਾਮ ਕੋਇਰ ਜੀ ਦੇ ਪਿਤਾ ਜੀ ਉਹ ਵੀ ਦਿੱਲੀ ਵਿਖੇ ਸਰੀਰ ਛੱਡ ਦਿੰਦੇ ਹੈ। ਸੋ ਜਦੋਂ ਦੇਖਿਆ ਵੀ ਗੁਰਤਾ ਗੱਦੀ ਦੀ ਰਸਮ ਹੁਣ ਕੌਣ ਅਦਾ ਕਰੇ, ਪਤਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਬਾਲਕ ਅਵਸਥਾ ਵਿੱਚ ਭਾਈ ਰਾਮ ਕੋਇਰ ਜੀ ਹੈ। ਸਿਆਣੇ ਸਿਆਣੇ ਸਿੱਖ ਗਏ। ਭਾਈ ਰਾਮ ਕੋਇਰ ਜੀ 5 ਸਾਲ ਦੀ ਉਹਨਾਂ ਦੀ ਅਵਸਥਾ, ਉਹਨਾਂ ਨੂੰ ਗੋਦੀ ਚੁੱਕ ਕੇ ਲੈ ਕੇ ਆਏ। ਆ ਕੇ ਉਹਨਾਂ ਨੂੰ ਸਾਰਾ ਸਮਝਾਇਆ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੀ ਆ ਇਹ ਗੁਰਤਾ ਗੱਦੀ ਦੀ ਰਸਮ ਨਿਭਾਉਣੀ ਹੈ। ਭਾਈ ਰਾਮ ਕੋਇਰ ਜੀ ਨੇ 5 ਸਾਲ ਦੀ ਉਮਰ ਵਿੱਚ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਕੇ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਸੇਵਾ ਨਿਭਾਉਂਦੇ ਆਏ ਸੀ, ਸੋ ਉਸ ਤਰੀਕੇ ਦੇ ਨਾਲ ਸੇਵਾ ਨਿਭਾਈ। ਸੋ ਸਾਧ ਸੰਗਤ ਜੀ, ਉਹ ਦਿਨ ਸੰਮਤ 1732 ਦੇ ਵਿੱਚ ਇਹ ਜਿਹੜਾ ਮੱਘਰ ਸੁਦੀ ਤੀਜ ਦਾ ਦਿਨ ਸੀ, ਜਿਹੜਾ ਅੱਜ ਦਾ ਦਿਨ ਹੈ ਦੇਸੀ ਮਹੀਨੇ ਦੇ ਮੁਤਾਬਕ ਬਣਦਾ। ਇਸ ਦਿਨ ਸਤਿਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਅਰਪਣ ਕੀਤੀ ਗਈ। ਬੇਅੰਤ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਜਿਹੜੇ 52 ਮਸੰਦ, ਚਾਰੇ ਸਾਹਿਬਜ਼ਾਦੇ ਵੱਖਰੇ ਵੱਖਰੀਆਂ ਗੁਰੂ ਕੁਲਾਂ ਦੇ ਵਿੱਚੋਂ, ਸੋ ਉਹਨਾਂ ਸਾਰਿਆਂ ਨੇ, ਕਿਸੇ ਨੇ ਘੋੜਾ ਭੇਟ ਕੀਤਾ, ਕੋਈ ਸਤਿਗੁਰੂ ਜੀ ਵਾਸਤੇ ਦਸਤਾਰ, ਬਸਤਰ, ਸਿਰੋਂ ਪਾਓ ਲੈ ਕੇ ਆਏ। ਬੇਅੰਤ ਭੇਟਾਵਾਂ ਦੇ ਢੇਰ ਲੱਗ ਗਏ। ਭੇਟਾਵਾਂ ਆਈ ਜਾਂਦੀਆਂ, ਗੁਰੂ ਕੇ ਖਜ਼ਾਨਚੀ ਸਿੰਘ ਸਾਂਭੀ ਜਾਂਦੇ। ਇਸੇ ਤਰ੍ਹਾਂ ਹਰ ਸਿੱਖ ਨੇ ਜਥਾਯੋਗ ਜਿਸ ਦਾ ਜੋ ਬਣਦਾ ਸੀ ਆਪਣੇ ਵੱਲੋਂ ਉਹਨਾਂ ਨੇ ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕਰਕੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾ ਕੇ ਸਾਰਿਆਂ ਨੇ ਪਹਿਲੇ 9ਵੇਂ ਪਾਤਸ਼ਾਹਾਂ ਦੀ ਤਰ੍ਹਾਂ ਉਹਨਾਂ ਦਾ ਆਦਰ ਸਤਿਕਾਰ ਕੀਤਾ। ਗੁਰੂ ਨਾਨਕ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
ਉਹਨਾਂ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਉਹ 9 ਸਾਲ ਦੀ ਅਵਸਥਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਵੇਂ ਗੁਰਤਾ ਗੱਦੀ ਤੇ ਬੈਠੇ, ਥੋੜ੍ਹੇ ਸਮੇਂ ਬਾਅਦ ਰਣਜੀਤ ਨਗਾਰਾ ਬੰਨ੍ਹਿਆ। ਭੰਗਾਣੀ ਦਾ ਜੰਗ, ਅਨੰਦਪੁਰ ਸਾਹਿਬ ਦੀਆਂ ਜੰਗਾਂ ਲੜਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਪਰਿਵਾਰ ਵਿਛੋੜੇ ਤੋਂ ਬਾਅਦ ਮੁਕਤਸਰ ਦੀ ਜੰਗ ਲੜਦੇ ਆ ਕੇ ਮਾਲਵੇ ਵਿੱਚ ਵਿਚਰਦੇ ਹਨ। ਜੰਗਲ ਦੇਸ਼ ਨੂੰ ਮਾਲਵੇ ਦਾ ਨਾਂ ਦੇ ਕੇ ਮਾਲਵੇ ਨੂੰ ਮਾਲਵਾ ਦੇਸ਼, ਸਿੱਖੀ ਦਾ ਵੇਸ, ਗੁਰੂ ਕਾ ਮਾਲਵਾ ਕਹਿ ਕੇ ਵਰਦਾਨ ਦਿੰਦੇ ਹੋਏ ਬੇਅੰਤ ਬਖਸ਼ਿਸ਼ਾਂ ਕਰਦੇ ਸਤਿਗੁਰੂ ਸਾਹਿਬ ਜੀ ਦੱਖਣ ਦਿਸ਼ਾ ਵੱਲ ਜਾ ਰਹੇ ਹੈ। ਦੱਖਣ ਦਿਸ਼ਾ ਵੱਲ ਸਤਿਗੁਰੂ ਸਾਹਿਬ ਜੀ ਜਿਸ ਵੇਲੇ ਪਹੁੰਚੇ, ਬਗੌਰ ਸ਼ਹਿਰ ਦੇ ਵਿੱਚ ਗੁਰੂ ਕੇ ਊਠਾਂ ਨੂੰ ਸਮਾਨ ਲੱਦਣ ਵਾਲੇ ਜਿਹੜੇ ਊਠ ਨਾਲ ਲਏ ਹੋਏ ਸੀ, ਉਹਨਾਂ ਨੂੰ ਉੱਥੋਂ ਦੇ ਮਾਲੀਆਂ ਨੇ, ਬਾਗ ਦੇ ਮਾਲੀਆਂ ਨੇ ਮਾਰਿਆ। ਇਹ ਬਾਗ ਵਿੱਚ ਵੜ ਗਏ। ਊਠਾਂ ਦੇ ਰਖਵਾਲਿਆਂ ਦੇ ਨਾਲ ਲੜਾਈ ਹੋਈ। ਉਹਨਾਂ ਨੇ ਮਾਲੀਆਂ ਦੀ ਮਾਰ ਕੁੱਟ ਕੀਤੀ। ਮਾਲੀ ਭੱਜ ਕੇ ਬਗੌਰ ਸ਼ਹਿਰ ਦੇ ਵਿੱਚ ਗਏ। ਉੱਥੋਂ ਦੇ ਲੋਕਾਂ ਨੂੰ ਆਪਣੀ ਮਦਦ ਵਾਸਤੇ ਉਹਨਾਂ ਨੇ ਪ੍ਰੇਰਿਆ। ਇਹਨਾਂ ਨੇ ਮਤਾ ਪਕਾਇਆ ਕਿ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਸ਼ਸਤਰਧਾਰੀ ਹੈ ਸਾਰੇ, ਇਕੱਲਾ ਦੁਕੱਲਾ ਜੇ ਕੋਈ ਗੁਰੂ ਕਾ ਸਿੱਖ ਸਾਡੇ ਨਗਰ ਵਿੱਚ ਆਉਂਦਾ ਉਹਨੂੰ ਫੜ ਕੇ ਬੰਨ੍ਹ ਲਓ, ਮਾਰੋ, ਕੁੱਟੋ, ਇਉਂ ਬਦਲਾ ਲੈ ਲਵਾਂਗੇ। ਇੱਕ ਸਿੱਖ ਆਉਂਦਾ ਨਗਰ ਦੇ ਵਿੱਚ ਕੋਈ ਦੁਕਾਨਾਂ ਤੋਂ ਕੋਈ ਸਮਾਨ ਲੈਣ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ। ਇਹਨਾਂ ਨੇ ਘੇਰ ਲਿਆ। ਗੁਰੂ ਕੇ ਸਿੱਖ ਉੱਤੇ ਹੱਲਾ ਬੋਲਣ ਦੀ ਤਿਆਰੀ ਕੀਤੀ। ਤਿਆਰ ਬਰ ਤਿਆਰ ਅੰਮ੍ਰਿਤਧਾਰੀ ਗੁਰੂ ਕਾ ਸਿੰਘ ਸ਼ਸਤਰਧਾਰੀ ਸੀ, ਉਹਨੇ 2-3 ਦੁਸ਼ਟ ਝਟਕਾ ਦਿੱਤੇ। ਇੱਥੋਂ ਲੜਾਈ ਵੱਧ ਗਈ। ਰੌਲਾ ਰੱਪਾ ਪੈਣ 'ਤੇ ਗੁਰੂ ਕੀਆਂ ਫੌਜਾਂ ਖਾਲਸੇ ਇਹ ਨਗਰ ਦੇ ਬਾਹਰ-ਬਾਹਰ ਜਿੱਥੇ ਡੇਰਾ ਲਾਇਆ ਹੋਇਆ ਸੀ ਬਾਗ ਵਿੱਚ, ਉੱਥੋਂ ਪਹੁੰਚੇ। ਆ ਕੇ ਇਹ ਨਗਰ ਦੇ ਵਿੱਚ ਭਾਰੀ ਲੜਾਈ ਹੋਈ ਔਰ ਇਸ ਨਗਰ ਦਾ ਜਿਹੜਾ ਰਾਜਾ ਸੀ, ਮੁਖੀਆ ਰਜਵਾੜਾ, ਉਹ ਲੜਾਈ ਵਿੱਚ ਮਾਰਿਆ ਗਿਆ। ਬਾਕੀਆਂ ਨੇ ਸਾਰਿਆਂ ਨੇ ਸਰੈਂਡਰ ਕਰ ਦਿੱਤਾ, ਸਤਿਗੁਰੂ ਜੀ ਦੀ ਸ਼ਰਨ ਆ ਗਏ। ਸਤਿਗੁਰੂ ਸਾਹਿਬ ਜੀ ਇਸ ਜਗ੍ਹਾ ਤੋਂ ਅਗਾਂਹ ਤੁਰ ਗਏ। ਅੱਗੇ ਸਤਿਗੁਰੂ ਸਾਹਿਬ ਜੀ ਨੂੰ ਭਾਈ ਦਇਆ ਸਿੰਘ ਜੀ ਵਰਗੇ ਸਿੱਖ ਆ ਕੇ ਮਿਲਦੇ ਆ। ਭਾਈ ਧਰਮ ਸਿੰਘ ਵਰਗੇ ਇਹ ਪਹਿਲਾਂ ਮਿਲ ਚੁੱਕੇ ਆ, ਮਾਫ ਕਰਨਾ। ਸਤਿਗੁਰੂ ਸਾਹਿਬ ਜੀ ਇੱਥੋਂ ਜਾਂਦੇ ਆ। ਇੱਧਰ ਸਾਧ ਸੰਗਤ ਜੀ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਦੀ ਖਬਰ ਸਤਿਗੁਰੂ ਜੀ ਨੂੰ ਮਿਲਦੀ ਆ। ਸਿੱਖ ਦੱਸਦੇ ਆ ਮਹਾਰਾਜ ਬੜੇ ਬੁਰੇ ਹਾਲੀ, ਜ਼ਫਰਨਾਮਾ ਪੜ੍ਹ ਕੇ ਬਿਮਾਰੀ ਤਨ ਦੇ ਵਿੱਚ ਪੀਕ ਪੈ ਗਈ ਤੇ ਬੜੇ ਬੁਰੇ ਹਾਲੀ ਮਰਿਆ। ਉਧਰ ਬਾਦਸ਼ਾਹ ਦੇ ਗੰਭੀਰ ਬਿਮਾਰ ਹੋਣ ਦੀ ਖਬਰ ਇਸ ਦੇ ਛੋਟੇ ਪੁੱਤਰ ਬਹਾਦਰ ਸ਼ਾਹ ਨੂੰ, ਸ਼ਹਿਜ਼ਾਦਾ ਮੁਅੱਜ਼ਮ ਨੂੰ ਮਿਲਦੀ ਹੈ, ਜਿਹੜਾ ਬਲਖ ਬੁਖਾਰੇ ਗਿਆ ਹੋਇਆ। ਜਦ ਹੀ ਉਸ ਪਾਸਿਓਂ ਵਾਪਸ ਆ ਗਿਆ ਕਿ ਮੇਰਾ ਪਿਤਾ ਬਿਮਾਰ ਹੈ, ਮੈਨੂੰ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ। ਇਹ ਹਾਲੇ ਪੰਜਾਬ ਦੇ ਵਿੱਚ ਪਹੁੰਚਿਆ ਹੀ ਹੈ। ਇੰਨੇ ਨੂੰ ਖਬਰ ਮਿਲੀ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੀ ਜਗ੍ਹਾ ਔਰੰਗਾਬਾਦ, ਜਿੱਥੇ ਔਰੰਗਜ਼ੇਬ ਆਪਣੇ ਅੰਤਮ ਸਮੇਂ ਰਿਹਾ, ਇਸ ਦੇ ਵੱਡੇ ਭਰਾ ਤਾਰਾ ਆਜ਼ਮ ਨੇ ਤਖਤ ਦੇ ਉੱਤੇ ਕਬਜ਼ਾ ਕਰ ਲਿਆ, ਤਖਤ ਦਾ ਵਾਰਸ ਬਣ ਕੇ ਬਹਿ ਗਿਆ। ਇਹ ਹੁਣ ਸੋਚਦਾ ਆਪਣੇ ਸਾਰੇ ਸਲਾਹਕਾਰ ਬੁਲਾ ਕੇ ਕੋਲੇ ਵੀ ਮੈਨੂੰ ਆਪਣੇ ਵੱਡੇ ਭਰਾ ਤਾਰਾ ਆਜ਼ਮ ਕੋਲੇ ਜਾਣਾ ਚਾਹੀਦਾ ਜਾਂ ਨਹੀਂ, ਕਿ ਉਹ ਮੈਨੂੰ ਕੁਝ ਹਿੱਸਾ ਦੇਵੇਗਾ ਰਾਜ ਭਾਗ ਵਿੱਚੋਂ। ਇਹਨਾਂ ਦੇ ਖਾਨਦਾਨ ਵਿੱਚ ਇਹ ਖੋਹ ਸੀ ਕਿ ਜਿਹੜਾ ਵੀ ਤਖਤ ਤੇ ਬਹਿ ਜਾਂਦਾ ਉਹ ਆਪਣੇ ਭਰਾਵਾਂ ਨੂੰ ਮਰਵਾ ਦਿੰਦਾ ਸੀ। ਜਿਵੇਂ ਔਰੰਗਜ਼ੇਬ ਨੇ ਵੀ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ, ਭਰਾਵਾਂ ਨੂੰ ਕਤਲ ਕਰਕੇ ਤਖਤ ਦਾ ਰਾਜਾ ਬਣ ਕੇ ਬੈਠਾ ਸੀ, ਹਿੰਦੁਸਤਾਨ ਦਾ ਚੱਕਰਵਰਤੀ ਰਾਜਾ। ਇਹ ਬਹਾਦਰ ਸ਼ਾਹ ਸੋਚਦਾ ਹੈ ਵੀ ਜੇ ਪਤਾ ਲੱਗ ਗਿਆ ਮੇਰੇ ਭਰਾ ਨੂੰ ਮੈਂ ਵਾਪਸ ਆ ਗਿਆ ਤੇ ਉਹ ਮੇਰੇ ਪਿਤਾ ਵਾਂਗੂ ਕਿਤੇ ਮੈਨੂੰ ਵੀ ਨਾ ਮਰਵਾ ਦੇਵੇ। ਫਿਰ ਸੋਚਦਾ ਮੈਂ ਨਿਮਰਤਾ ਦੇ ਨਾਲ ਜੇ ਉਹਦੀ ਸ਼ਰਨ ਚਲਿਆ ਜਾਵਾਂ ਸ਼ਾਇਦ ਮੈਨੂੰ ਬਖਸ਼ ਦੇਵੇ। ਪਰ ਦਿਲ ਡਰਦਾ ਵੀ ਜੇ ਮੈਂ ਆਪਣੇ ਆਪ ਹੀ ਉਹਦੇ ਕੋਲ ਜਾਣਾ ਤਾਂ ਬਲੀ ਦਾ ਬੱਕਰਾ ਬਣਨ ਵਾਲੀ ਗੱਲ ਹੈ, ਐਸਾ ਨਹੀਂ ਕਰਨਾ ਚਾਹੀਦਾ। ਸਾਰੇ ਸਲਾਹਕਾਰ ਬੁਲਾਏ, ਪੁੱਛਦਾ ਉਹਨਾਂ ਨੂੰ ਕਿ ਕੀ ਕਰਨਾ ਚਾਹੀਦਾ। ਇਹਦੇ ਸਲਾਹਕਾਰਾਂ ਦੇ ਵਿੱਚ ਭਾਈ ਨੰਦ ਲਾਲ ਜੀ ਵੀ ਹਨ, ਜਿਹੜੇ ਗੁਰੂ ਘਰ ਦੇ ਅਨੰਨ ਸਿੱਖ ਹੈ, ਜਿਨ੍ਹਾਂ ਦੀ ਗੁਰਬਾਣੀ ਨੂੰ ਗੁਰੂ ਘਰ ਦੇ ਵਿੱਚ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਨੇ ਬੰਦਗੀ ਨਾਮਾ, ਜ਼ਿੰਦਗੀ ਨਾਮਾ ਲਿਖਿਆ ਹੋਇਆ ਹੈ। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਅਰਬੀ ਫਾਰਸੀ ਦੇ ਮਹਾਨ ਆਲਮ ਫਾਜ਼ਲ, ਔਰ ਬੜੀ ਮਿੱਤਰਤਾ ਸੀ ਬਹਾਦਰ ਸ਼ਾਹ ਦੇ ਨਾਲ। ਉਹ ਕਹਿਣ ਲੱਗਾ ਕਿ ਕੌਣ ਮੈਨੂੰ ਹੁਣ ਬਚਾ ਸਕਦਾ, ਮੇਰੇ ਪ੍ਰਾਣਾਂ ਦੀ ਰੱਖਿਆ ਕਿਵੇਂ ਹੋਵੇ, ਕਿ ਮੈਨੂੰ ਦੇਸ਼ ਛੱਡ ਕੇ ਭੱਜ ਜਾਣਾ ਚਾਹੀਦਾ ਹੈ, ਕਿਸੇ ਹੋਰ ਜਗ੍ਹਾ ਜਾ ਕੇ ਰਾਜਸੀ ਸ਼ਰਨ ਗ੍ਰਹਿਣ ਕਰਾਂ। ਇਹ ਕਹਿਣ ਲੱਗੇ ਜਿੱਥੇ ਮਰਜ਼ੀ ਭੱਜ ਲਾ,
ਤੇਰਾ ਭਰਾ ਤਾਕਤਵਰ ਇੰਨਾ ਬਣ ਚੁੱਕਿਆ, 22 ਲੱਖ ਉਹਦੇ ਕੋਲੇ ਫੌਜ ਆ, ਉਹਨੇ ਛੱਡਣਾ ਤੈਨੂੰ ਕਿਤੇ ਨਹੀਂ। ਸ਼ਰਨ ਜਾਣ ਦੀ ਤਾਂ ਗੱਲ ਹੀ ਮਨੋਂ ਭੁਲਾ ਦੇ। ਕੌਣ ਰੱਖ ਸਕਦਾ ਹੈ, ਮੇਰੀ ਰੱਖਿਆ ਕੌਣ ਕਰੇ। ਉਸ ਵੇਲੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਨਾਨਕ ਦੇ ਘਰ ਤੋਂ ਬਿਨਾਂ ਤੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ। ਜੇ ਬਾਦਸ਼ਾਹ ਦਿੱਲੀ ਦਾ ਸਮਰਾਟ ਕਿਸੇ ਤੋਂ ਡਰਦਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ, ਉਹ ਤੇਰੀ ਰੱਖਿਆ ਕਰ ਸਕਦੇ ਆ, ਹੋਰ ਨਹੀਂ ਕੋਈ ਵੀ। ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸਾ ਹੈ। ਸ਼ੇਰ ਦੀ ਸ਼ਰਨ ਜਾਣ ਦਾ ਫਾਇਦਾ ਕੀ ਹੈ ਜੇ ਉੱਥੇ ਵੀ ਗਿੱਦੜਾਂ ਨੇ ਖਾ ਲੈਣਾ ਹੈ। ਕਹਿੰਦੇ ਹੋਰਾਂ ਦੀ ਸ਼ਰਨ ਦੇ ਵਿੱਚ ਜਾਣ ਦਾ ਤੈਨੂੰ ਫਾਇਦਾ ਨਹੀਂ ਕੋਈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਜਾ। ਆਖਿਆ ਭਾਈ ਨੰਦ ਲਾਲ ਜੀ, ਇਹ ਸੇਵਾ ਵੀ ਤੁਸੀਂ ਨਿਭਾਓ, ਜਾਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੇ ਜਾ ਕੇ ਬੇਨਤੀ ਕਰੋ ਮੇਰੇ ਪ੍ਰਾਣਾਂ ਦੀ ਰੱਖਿਆ ਕਰਨ। ਭਾਈ ਨੰਦ ਲਾਲ ਜੀ ਪਹੁੰਚਦੇ ਆ, ਬੇਨਤੀ ਕਰਦੇ ਆ। ਮਹਾਰਾਜ ਕਹਿੰਦੇ, ਭਾਈ ਉਹਦੇ ਪ੍ਰਾਣਾਂ ਦੀ ਰੱਖਿਆ ਕੀ, ਅਸੀਂ ਤਾਂ ਉਹਨੂੰ ਆ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦੇਵਾਂਗੇ, ਬਹਾਦਰ ਸ਼ਾਹ ਨੂੰ। ਪਰ ਕਹਿੰਦੇ ਸਾਡੀ ਇੱਕ ਸ਼ਰਤ ਹੈ, ਇੱਕ ਸਵਾਲ ਉਹਨੂੰ ਸਾਡਾ ਹੱਲ ਕਰਨਾ ਪੈਣਾ ਹੈ। ਜੇ ਉਹ ਸ਼ਰਤ ਮਨਜ਼ੂਰ ਕਰਦਾ ਤਾਂ ਅਸੀਂ ਉਹਦੇ ਪ੍ਰਾਣਾਂ ਦੀ ਵੀ ਰੱਖਿਆ ਕਰਦੇ ਹਾਂ। ਉਹਦੇ ਭਰਾ ਤਾਰਾ ਆਜਮ ਨੂੰ ਅਸੀਂ ਮੈਦਾਨੇ ਜੰਗ ਵਿੱਚ ਜਾ ਕੇ ਖੁਦ ਮਾਰਾਂਗੇ ਅਤੇ ਬਹਾਦਰ ਸ਼ਾਹ ਨੂੰ ਆਪ ਤਖਤ ਦੇ ਉੱਤੇ ਬਿਠਾਵਾਂਗੇ। ਭਾਈ ਨੰਦ ਲਾਲ ਜੀ ਸਾਰੀ ਗੱਲ ਦੱਸਦੇ ਹੈ। ਇਹ ਬਹਾਦਰ ਸ਼ਾਹ ਦਾ ਜਿਹੜਾ ਗੁਰੂ ਸੀ, ਇਹਦਾ ਮੁਸਲਮਾਨ ਕੋਈ ਫਕੀਰ ਪੀਰ ਜਿਹੜਾ ਇਹਦੇ ਨਾਲ ਸੀ, ਉਹ ਪੁੱਛਦਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਇੰਨੀ ਕਿੰਨੀ ਕੁ ਫੌਜ ਹੈ ਜਿਹੜਾ 22 ਲੱਖ ਫੌਜ ਵਾਲੇ ਦਾ ਮੁਕਾਬਲਾ ਕਰ ਲੈਣਗੇ, ਉਹਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਬਿਠਾ ਦੇਣਗੇ, ਜਾਂ ਕਿਸ ਤਰੀਕੇ ਉਹ ਬਿਠਾ ਸਕਦੇ ਆ, ਜਾਓ ਪੁੱਛ ਕੇ ਆਓ। ਸਤਿਗੁਰੂ ਸਾਹਿਬ ਜੀ ਕੋਲੇ ਭਾਈ ਨੰਦ ਲਾਲ ਜੀ ਫੇਰ ਜਾਂਦੇ ਆ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕਹੋ ਬਚਨਾਂ ਦੇ ਉੱਤੇ ਭਰੋਸਾ ਰੱਖਣ, ਫੌਜ ਇਕੱਠੀ ਕਰੋ, ਜਿੰਨੇ ਕੁ ਫੌਜ ਤੁਹਾਡੇ ਤੋਂ ਇਕੱਠੀ ਹੁੰਦੀ ਹੈ ਇਕੱਠੀ ਕਰ ਲਓ, ਅਤੇ ਆਪਣੇ ਭਰਾ ਤਾਰਾ ਆਜਮ ਨੂੰ ਜਿਹੜਾ ਔਰੰਗਾਬਾਦ ਤੋਂ ਚੱਲਿਆ ਹੋਇਆ ਦਿੱਲੀ ਦੇ ਤਖਤ ਦੇ ਉੱਤੇ ਬੈਠਣ ਲਈ ਰਸਤੇ ਵਿੱਚ ਹੀ ਘੇਰ ਕੇ ਉਹਦੇ ਨਾਲ ਜੰਗ ਕਰੋ, ਫਤਿਹ ਤੁਹਾਡੀ ਹੋਵੇਗੀ। ਇਹ ਤੁਸੀਂ ਨਹੀਂ ਲੜਨਾ, ਗੁਰੂ ਦੀ ਕਲਾ ਵਰਤੇਗੀ, ਸ਼ਹੀਦੀ ਫੌਜਾਂ ਤੁਹਾਡਾ ਸਾਥ ਦੇਣਗੀਆਂ। ਭਾਈ ਨੰਦ ਲਾਲ ਜੀ ਨੇ ਉਵੇਂ ਸਾਰੀ ਗੱਲ ਦੱਸ ਦਿੱਤੀ। ਇਹ ਬੜੇ ਹੌਸਲੇ ਵਿੱਚ ਬਹਾਦਰ ਸ਼ਾਹ ਹੁਣ ਮੈਦਾਨੇ ਜੰਗ ਦੇ ਵਿੱਚ ਆਗਰੇ ਤੋਂ ਹੁੰਦਾ ਹੋਇਆ ਦਿੱਲੀ ਨਹੀਂ ਗਿਆ, ਦਿੱਲੀ ਤੋਂ ਬਾਰ-ਬਾਰ ਆਗਰੇ ਨੂੰ ਨਿਕਲ ਗਿਆ। ਆਗਰੇ ਤੋਂ ਅਗਾਂਹ ਵੱਧ ਕੇ ਚੰਬਲ ਨਦੀ ਦੇ ਕਿਨਾਰੇ ਦੇ ਉੱਤੇ ਜਾ ਕੇ ਜਿਵੇਂ ਇਹਨੇ ਡੇਰਾ ਜਮਾ ਲਿਆ, ਉਡੀਕ ਕਰਨ ਲੱਗਾ ਕਿਵੇਂ ਮੇਰਾ ਭਰਾ ਤਾਰਾ ਆਜਮ ਇੱਧਰੋਂ ਦੱਖਣ ਤੋਂ ਵਾਪਸ ਆਉਂਦਾ ਤਾਂ ਅਸੀਂ ਉਹਦੇ ਨਾਲ ਜੰਗ ਕਰੀਏ। ਸੋ ਉਧਰ ਤਾਰਾ ਆਜਮ ਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਭਰਾ ਉਹ ਮੇਰੇ ਨਾਲ ਜੰਗ ਕਰਨ ਦੀਆਂ ਤਿਆਰੀਆਂ ਕਰੀ ਬੈਠਾ। ਮਾਣ ਸੀ ਵੀ 22 ਲੱਖ ਫੌਜ ਮੇਰੇ ਕੋਲ, ਹਰ ਤਰ੍ਹਾਂ ਦਾ ਹਥਿਆਰ, ਕੀ ਕਰ ਲਵੇਗਾ, ਕਿੰਨੀ ਕੁ ਫੌਜ ਹੋਏਗੀ ਉਹਦੇ ਨਾਲ, 1000 1500 2000 ਇੰਨੀ ਕੁ ਫੌਜ ਇਕੱਠੀ ਕਰ ਸਕਦਾ, ਕਿੰਨੀ ਕੁ ਕਰ ਲਵੇਗਾ। ਉਹ ਉੱਧਰੋਂ ਉਹ ਵੀ ਚੜ੍ਹਿਆ ਆ ਰਿਹਾ ਹੈ। ਇੱਧਰ ਬਹਾਦਰ ਸ਼ਾਹ ਨੇ ਵੀ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਕਰਕੇ ਤੇ ਇਹ ਬਚਨ ਦੇ ਕੇ ਕਿ ਗੁਰੂ ਸਾਹਿਬ ਜੋ ਕਹਿਣਗੇ ਮੈਂ ਉਹਨਾਂ ਦਾ ਬਚਨ ਮੰਨਾਂਗਾ। ਸਤਿਗੁਰੂ ਜੀ ਨੇ ਕਿਹਾ ਬਹੁਤਾ ਨਹੀਂ, ਅਸੀਂ ਇੱਕੋ ਬਚਨ ਕਹਿਣਾ, ਉਹ ਮੰਨਣਾ ਪਏਗਾ। ਇਹਨੇ ਕਿਹਾ ਠੀਕ ਹੈ। ਹੁਣ ਜਿਸ ਬੰਦੇ ਨੂੰ ਆਪਣੀ ਜ਼ਿੰਦਗੀ ਜਾਣ ਦਾ ਖਤਰਾ ਹੋਵੇ, ਉਹਨੂੰ ਰਾਜ ਭਾਗ ਮਿਲ ਰਿਹਾ ਹੋਵੇ, ਤੇ ਹੋਰ ਉਹਨੂੰ ਕੀ ਚਾਹੀਦਾ। ਧੀਰਜ ਵੱਜ ਗਿਆ ਇਹਦਾ। ਪਹਿਲਾਂ ਡਰਦਾ ਰਿਹਾ, ਪਰ ਹੌਲੀ ਹੌਲੀ ਸਿੱਖਾਂ ਦੇ ਸਮਝਾਉਣ 'ਤੇ ਇਹਨੂੰ ਧੀਰਜ ਵੱਜਿਆ। ਮੈਦਾਨੇ ਜੰਗ ਦੀ ਤਿਆਰੀ ਹੋ ਗਈ ਦੋਵਾਂ ਪਾਸਿਆਂ ਤੋਂ। ਆਓ ਜਿਵੇਂ ਇਹ ਜੰਗ ਹੁੰਦੀ ਹੈ ਬਹਾਦਰ ਸ਼ਾਹ ਅਤੇ ਤਾਰਾ ਆਜਮ ਦੇ ਵਿੱਚ, ਗੁਰੂ ਇਤਿਹਾਸ ਨੂੰ, ਗੁਰੂ ਕੀ ਕਥਾ ਨੂੰ, ਜਿਵੇਂ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਸੈਨਿਕ। ਇਹ ਬਹਾਦਰ ਸ਼ਾਹ ਜਿਹੜਾ, ਇਹਨੇ ਆਪਣੀ ਸਾਰੀ ਫੌਜ ਇਕੱਤਰ ਕੀਤੀ, ਨੇੜੇ ਤੇੜੇ ਦੇ ਜਿੰਨੇ ਇਹਦੇ ਖੈਰ ਖਵਾਹ ਸੀ ਸਾਰਿਆਂ ਨੂੰ ਇਕੱਠਾ ਕਰਿਆ ਸੈਨਾ ਦੇ ਰੂਪ ਦੇ ਵਿੱਚ। ਮੈਦਾਨੇ ਜੰਗ ਵਿੱਚ ਜਾਣ ਦੇ ਲਈ ਸਾਰਿਆਂ ਨੂੰ ਲਾਈਨਾਂ ਵਿੱਚ ਖੜੇ ਕਰ ਲਿਆ। ਉਹਨੂੰ ਮੁਜਰਾ ਕਹਿੰਦੇ ਆ, ਹਾਜ਼ਰੀ ਲਾਉਣ ਨੂੰ। ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਹਾਜ਼ਰੀ ਲਾਈ ਚੰਗੀ ਤਰ੍ਹਾਂ। ਫਿਰ ਉਸ ਵਿੱਚੋਂ ਜਿਹੜੇ ਇਹਨੂੰ ਚੰਗੇ ਜਰਨੈਲ ਲੱਗਦੇ ਸਨ ਉਹਨਾਂ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਧਨ ਦਿੱਤਾ ਸਾਰੀਆਂ ਫੌਜਾਂ ਨੂੰ, ਕਈਆਂ ਨੂੰ ਮਰਾਤਬੇ, ਉੱਚੀਆਂ ਪਦਵੀਆਂ ਦਿੱਤੀਆਂ ਫੌਜ ਦੀਆਂ, ਔਰ ਬਹੁਤ ਸਾਰਾ ਸਿੱਕਾ ਗੋਲੀ ਬਰੂਦ ਸ਼ਸਤਰ ਹਥਿਆਰ ਉਹਨਾਂ ਨੂੰ ਦੇ ਦਿੱਤੇ। ਉਹਨਾਂ ਨੂੰ ਸੁੰਦਰ ਵਸਤਰ, ਸੁੰਦਰ ਗਹਿਣੇ ਦੇ ਕੇ ਉਹਨਾਂ ਨੂੰ ਅਪਣਾ ਲਿਆ, ਆਪਣੇ ਬਣਾ ਲਿਆ। ਤੇ ਆਖਿਆ ਭਾਈ
ਆ ਮੈਦਾਨੇ ਜੰਗ ਜਿੱਤ ਜਾਓ। ਗੁਰੂ ਦੇ ਬਚਨਾਂ ਅਨੁਸਾਰ ਸਾਡੀ ਵਿਜੇ ਹੋਣੀ ਹੈ, ਫਤਿਹ ਹੋਣੀ ਹੈ। ਜਦੋਂ ਜਿੱਤ ਕੇ ਆਉਂਗੇ ਉਸ ਵੇਲੇ ਤੁਹਾਨੂੰ ਹੋਰ ਵੀ ਵੱਡੇ ਮਰਤਬੇ ਅਹੁਦੇ ਦੇਵਾਂਗਾ। ਇਉਂ ਕਹਿ ਕੇ ਬਹਾਦਰ ਸ਼ਾਹ ਨੇ ਆਪਣੇ ਜਿਹੜੇ ਉਮਰਾਓ ਸੀ, ਆਪਣੇ ਵਜ਼ੀਰ ਸਨ, ਜਿਹੜੇ ਆਪਣੇ ਉਹਦੇ ਸਿਪਾਹ ਸਲਾਰ ਸਨ ਸੂਰਮੇ, ਉਹਨਾਂ ਦੇ ਹੌਸਲੇ ਵਧਾਏ। ਹਾਂ, ਵੱਖਰੀਆਂ ਵੱਖਰੀਆਂ ਟੁਕੜੀਆਂ ਹੁੰਦੀਆਂ ਨਾ ਮਿਸਲਾਂ ਫੌਜ ਦੀਆਂ, ਸੋ ਸਾਰਿਆਂ ਦੀ ਵੰਡ ਕਰ ਦਿੱਤੀ। ਕਿਹੜੇ ਬੰਦੇ ਦੇ ਅਧੀਨ ਕਿਹੜੇ ਬੰਦੇ ਲੜਨਗੇ, ਇਉਂ ਅਲੱਗ-ਅਲੱਗ ਟੁਕੜੀਆਂ ਵਿੱਚ ਸੈਨਾ ਦੀ ਵਿਉਂਤਬੰਦੀ ਕੀਤੀ, ਰਣਨੀਤੀ ਬਣਾਈ। ਸਾਰਿਆਂ ਨੂੰ ਬਹੁਤ ਗੁਲਕਾਂ, ਗੋਲੀਆਂ, ਬਰੂਦ, ਗੋਲੀ ਸਿੱਕਾ ਵਰਤਾਇਆ ਦਿੱਤਾ। ਬਹੁਤ ਸਾਰੀਆਂ ਤੋਪਾਂ ਦੀ ਵੀ ਤਿਆਰੀ ਕਰਵਾ ਲਈ। ਸਾਰਿਆਂ ਨੇ ਜਿਹੜੇ ਪੈਦਲ ਸੀ ਉਹਨਾਂ ਨੇ ਪੈਦਲ ਚਾਲਾ ਮਾਰ ਦਿੱਤਾ। ਜਿਹੜੇ ਹਾਥੀਆਂ ਦੇ ਉੱਤੇ ਸੀ, ਹਾਥੀਆਂ ਦੇ ਉੱਤੇ ਉਹਨਾਂ ਨੇ ਅਟਾਰੀਆਂ ਸਜਾ ਲਈਆਂ, ਘੋੜਿਆਂ ਉੱਤੇ ਕਾਠੀਆਂ ਪਾ ਲਈਆਂ। ਸੋ ਇਸ ਪ੍ਰਕਾਰ ਜਿਹੜਾ ਸਾਰਾ ਦਲ ਸੀ ਤਿਆਰ ਕੀਤਾ ਹੋਇਆ ਉਹ ਭੇਜਿਆ। ਦਿੱਲੀ ਨਹੀਂ ਗਿਆ, ਦਿੱਲੀ ਤੋਂ ਬਾਹਰ ਹੀ ਆਗਰੇ ਵਾਲੇ ਪਾਸੇ ਅੱਗੇ ਲੰਘ ਕੇ ਚੰਬਲ ਨਦੀ ਦੇ ਨੇੜੇ ਟਿਕਾਣਾ ਕੀਤਾ। ਸੋ ਇਹਨੇ ਮਨ ਦੇ ਵਿੱਚ ਚਾਹਿਆ ਕਿ ਮੈਂ ਪਹਿਲਾਂ ਹੀ ਹੱਲਾ ਕਰ ਦੇਵਾਂਗਾ ਆਪਣੇ ਭਰਾ ਦੇ ਉੱਤੇ। ਛੁਤਰੀ ਧੌਂਸੇ ਸਾਧ ਸੰਗਤ ਜੀ, ਜਿਹੜੇ ਊਠਾਂ ਦੇ ਉੱਤੇ ਧੌਂਸੇ ਨਗਾਰੇ ਲੱਦੇ ਹੋਏ, ਉਹਨਾਂ ਨੂੰ ਛੁਤਰੀ ਧੌਂਸੇ ਕਿਹਾ ਜਾਂਦਾ। ਊਠਾਂ ਦੇ ਉੱਤੇ ਲੱਦੇ ਹੋਏ ਧੌਂਸੇ ਵੱਜ ਰਹੇ ਆ, ਤੇ ਧਾਗਾਂ ਇਹ ਛੋਟੀਆਂ ਹੁੰਦੀਆਂ, ਧਾਗਾਂ ਜਿਹੜੀਆਂ ਇਹ ਛੋਟੀਆਂ ਹੁੰਦੀਆਂ, ਡਫਲੀਆਂ ਜਿਹੀਆਂ, ਛੋਟੇ ਛੋਟੇ ਨਗਾਰੇ ਜਿਹੜੇ ਉਹ ਵੀ ਵਜਾਏ ਜਾ ਰਹੇ ਹਨ। ਇਉਂ ਕੂਚਦਾਰ ਕੂਚ ਕਰਦਾ ਹੋਇਆ ਅਗਾਂਹ ਨੂੰ ਵੱਧ ਰਿਹਾ ਹੈ। ਚੰਬਲ ਸਲਤਾ, ਚੰਬਲ ਜਿਹੜੀ ਸਲਤਾ ਨਦੀ ਹੈ ਉਸ ਦੇ ਤੱਟ ਨੂੰ ਚਾਹਿਆ। ਇਹਨੇ ਪਸੰਦ ਕੀਤਾ ਵੀ ਇੱਥੇ ਜੰਗ ਲੜਾਂ। ਹਾਂ, ਇੱਥੇ ਹੀ ਕਹਿੰਦਾ ਮੈਂ ਆਪਣੇ ਭਰਾ ਨੂੰ ਰੋਕ ਕੇ ਤੇ ਇੱਥੇ ਹੀ ਕਹਿੰਦੇ ਉਹਦੀ ਹੱਤਿਆ ਕਰ ਦੇਵਾਂਗਾ, ਮਾਰ ਦੇਵਾਂਗਾ, ਰਣ ਜਿੱਤ ਲਵਾਂਗਾ। ਉੱਧਰ ਇਹਦਾ ਵੱਡਾ ਭਰਾ ਜਿਹੜਾ ਤਾਰਾ ਆਜ਼ਮ ਹੈ, ਔਰੰਗਾਬਾਦ ਵਿੱਚ ਜਿਹੜਾ ਸ਼ਾਹ ਬਣ ਗਿਆ, ਬਾਦਸ਼ਾਹ ਬਣਿਆ ਹੈ। ਤਖਤ ਦੇ ਉੱਤੇ ਬਹਿੰਦਾ ਆਪਣੇ ਵਜ਼ੀਰਾਂ ਦੇ ਵਿੱਚ, ਔਰ 22 ਲੱਖ ਸੈਨਾ ਇਹਦੇ ਅਧੀਨ ਹੋ ਗਈ ਹੈ। ਇਹਦੇ ਕੋਲੇ ਗੋਲੀ ਬਰੂਦ ਸਿੱਕਾ ਕਿੰਨਾ? 10,000 ਵੱਡੀਆਂ ਭਾਰੀ ਤੋਪਾਂ ਹਨ ਤੇ 50,000 ਜੰਬੂਰੇ ਹੈ। ਜੰਬੂਰੇ ਹੁੰਦੇ ਆ ਪੌਣੀਆਂ ਤੋਪਾਂ। ਸੋ ਇਹ ਤੋਪਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੀਆਂ ਸੀ। ਇੱਕ ਹੁੰਦੇ ਸੀ ਜੰਜੈਲੇ, ਉਹ ਹੁੰਦੀ ਸੀ ਅੱਧੀ ਤੋਪ। ਜੰਬੂਰੇ ਜਿਹੜੇ ਪੌਣੀਆਂ ਤੋਪਾਂ, ਤੇ ਤੋਪ ਵੱਡੀ ਤੋਪ ਨੂੰ ਤੋਪ ਹੀ ਕਿਹਾ ਜਾਂਦਾ ਸੀ। ਇਹ ਵੱਖਰੀਆਂ ਵੱਖਰੀਆਂ ਕਿਸਮਾਂ ਹਨ। ਸੋ ਜਿੱਥੇ ਗੁਰੂ ਕਾ ਖਾਲਸਾ ਸਾਧ ਸੰਗਤ ਜੀ ਸ਼ਾਸਤਰ ਦਾ ਧਨੀ ਹੈ, ਉੱਥੇ ਸ਼ਸਤਰ ਦਾ ਵੀ ਧਨੀ ਹੋਵੇ। ਜਿੱਥੇ ਗੁਰੂ ਕਾ ਸਿਧਾਂਤ, ਗੁਰੂ ਕੀ ਬਾਣੀ ਦਾ ਸਾਨੂੰ ਪਤਾ ਹੋਵੇ, ਸਾਨੂੰ ਸ਼ਾਸਤਰਾਂ ਬਾਰੇ, ਹਥਿਆਰਾਂ ਬਾਰੇ ਵੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਆਪਾਂ ਵੱਖ-ਵੱਖ ਅਜਾਇਬ ਘਰਾਂ, ਮਿਊਜ਼ੀਅਮਾਂ ਦੇ ਵਿੱਚ, ਕਿਲਿਆਂ ਦੇ ਵਿੱਚ ਜਾਂਦੇ ਹਾਂ ਘੁੰਮਣ ਵਾਸਤੇ। ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੁਰਾਤਨ ਹਥਿਆਰ ਹੁੰਦੇ ਆ, ਤੇ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਬੜੇ ਗੌਰ ਦੇ ਨਾਲ ਇਹ ਸਿੱਖਣਾ ਚਾਹੀਦਾ ਕਿਹੜਾ ਹਥਿਆਰ ਕਿਸ ਤਰ੍ਹਾਂ ਦਾ, ਕਿਵੇਂ ਚੱਲਦਾ, ਕੀ ਇਹਦਾ ਨਾਂ ਹੈ, ਪੁਰਾਣੇ ਸਮੇਂ ਵਿੱਚ ਕਿਹੜੇ ਹਥਿਆਰ ਵਰਤੇ ਜਾਂਦੇ ਸੀ, ਹੁਣ ਕਿਸ ਤਰ੍ਹਾਂ ਇਹਨਾਂ ਦਾ ਅਲਟਰਨੇਟਿਵ ਕੀ ਆ ਗਿਆ, ਹੁਣ ਇਹਨਾਂ ਦੀ ਜਗ੍ਹਾ ਕੀ ਵਰਤਿਆ ਜਾ ਰਿਹਾ। ਇਹ ਗੁਰੂ ਕੇ ਸਿੱਖ ਨੂੰ ਹਥਿਆਰਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ, ਉਹ ਕਹਿੰਦੇ ਵੀ ਜੇ ਜੰਜ ਚੜ੍ਹਿਆ ਨਹੀਂ ਤਾਂ ਚੜ੍ਹਦੇ ਤਾਂ ਵੇਖੇ ਆ ਨਾ। ਜੇ ਜੰਗ ਲੜਨੀ ਨਹੀਂ ਤਾਂ ਘੱਟੋ ਘੱਟ ਹਥਿਆਰਾਂ ਬਾਰੇ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਸਾਡੇ ਘਰਾਂ ਵਿੱਚ ਹਥਿਆਰ ਹੋਣ, ਸ਼ਸਤਰ ਹੋਣ, ਗੁਰੂ ਕੀ ਬਾਣੀ ਦੀਆਂ ਪੋਥੀਆਂ ਵੀ ਹੋਣ, ਮਾਲਾ ਵੀ ਹੋਣ, ਤੇ ਨਾਲ ਨਾਲ ਚੰਗੇ ਸ਼ਸਤਰ, ਹਥਿਆਰ, ਕਿਰਪਾਨਾਂ, ਸ੍ਰੀ ਸਾਹਿਬਾਂ, ਖੰਡੇ ਭਾਲੇ ਇਤਿਆਦਿਕ ਹੋਣੇ ਚਾਹੀਦੇ ਹੈ। ਜਿੱਥੇ ਗੁਰੂ ਕੀ ਬਾਣੀ ਗੁਰੂ ਸਰੂਪ ਹੈ, ਉੱਥੇ ਸ਼ਸਤਰ ਸਤਿਗੁਰੂ ਜੀ ਨੇ ਪੀਰ ਬਖਸ਼ੇ ਸਾਨੂੰ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਪੇਯੰ ਨਮਸਕਾਰ ਤੇਯੰ ਅੱਜ ਤਾਹੀ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਹੁੰਦਾ,
ਉੱਥੇ ਸਾਰੇ ਤਖਤ ਸਾਹਿਬਾਨਾਂ ਤੇ ਆਮ ਵੀ ਗੁਰਦੁਆਰਿਆਂ ਵਿੱਚ ਆਪਾਂ ਦਰਸ਼ਨ ਕਰਦੇ ਆਂ, ਅੱਗੇ ਸ਼ਾਸਤਰ ਸਜਾਏ ਹੁੰਦੇ ਆ ਤਾਂ ਕਿ ਗੁਰੂ ਨੂੰ ਵੀ ਨਮਸਕਾਰ ਹੋਵੇ ਤੇ ਪੀਰਾਂ ਨੂੰ ਵੀ ਨਮਸਕਾਰ ਹੋਵੇ। ਇਸ ਕਰਕੇ ਸਾਧ ਸੰਗਤ ਜੀ ਇਹ ਸਮਝਣਾ ਹਥਿਆਰਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ। 50,000 ਜਿਹਦੇ ਕੋਲੇ ਛੋਟੀਆਂ ਤੋਪਾਂ ਹਨ, ਤਾਰਾ ਆਜ਼ਮ ਕੋਲ ਅਨੇਕਾਂ ਜਿਹੜੇ ਤਕੜੇ ਸੂਰਮੇ ਯੋਧੇ ਸੀ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇ ਦਿੱਤੀ। ਦੱਖਣ ਦੇਸ਼ ਸਗਲ ਅਪਨਾਇਓ, ਦੱਖਣ ਦਾ ਦੇਸ਼ ਸੀ ਜਿਹੜਾ ਦੱਖਣ ਦਾ ਇਲਾਕਾ, ਇਹ ਹੈਦਰਾਬਾਦ, ਗੋਰਕੁੰਡਾ ਇਤਿਆਦਿਕ, ਇਹ ਤਾਰਾ ਆਜ਼ਮ ਨੇ ਆਪਣੇ ਅਧੀਨ ਕਰ ਲਿਆ ਸੀ, ਅਪਣਾ ਲਿਆ ਸੀ। ਸਭ ਪਰ ਆਪਣਾ ਹੁਕਮ ਟਿਕਾਇਓ, ਸਾਰੇ ਇਲਾਕੇ ਵਿੱਚ ਇਹਦਾ ਹੁਕਮ ਚੱਲਦਾ ਸੀ। ਭਰਾਤਾ ਕੀ ਸੁਣ ਕੈ ਸਭ ਬਾਤ, ਜਦੋਂ ਇਹਨੇ ਆਪਣੇ ਭਰਾ ਦੀ ਆਹ ਗੱਲ ਸੁਣੀ ਵੀ ਮੇਰੇ ਨਾਲ ਜੰਗ ਕਰਨਾ ਚਾਹੁੰਦਾ ਹੈ, ਉਹ ਪਿਓ ਅਦ ਕਰਦੇ ਗਰਬਾਤ, ਨਾਲੇ ਤਾਂ ਇਹ ਮਨ ਦੇ ਵਿੱਚ ਇਹਨੂੰ ਗੁੱਸਾ ਆਇਆ, ਕ੍ਰੋਧਿਤ ਹੋਇਆ, ਤੇ ਨਾਲੇ ਬੜਾ ਹਉਮੈ ਹੰਕਾਰ ਦੇ ਵਿੱਚ ਵੀ ਹੈ ਵੀ ਉਹ ਮੇਰੇ ਸਾਹਮਣੇ ਕੀ ਹੈ, ਕਿੰਨੀ ਕੁ ਫੌਜ ਹੋਵੇਗੀ ਵੀ ਮੇਰੇ ਨਾਲ ਲੜਨ ਆਇਆ। ਇਹ ਤਾਂ ਕੀੜੀ ਦੀ ਪਹਾੜ ਨੂੰ ਟੱਕਰ ਮਾਰਨ ਵਾਲੀ ਗੱਲ ਹੈ। ਕਹਿੰਦਾ ਉਹ ਮੇਰੇ ਨਾਲ ਕਿਵੇਂ ਮੁਕਾਬਲਾ ਕਰੇਗਾ। ਇਸ ਤਰ੍ਹਾਂ ਹੰਕਾਰ ਅਤੇ ਕ੍ਰੋਧ ਵਿੱਚ ਆਇਆ ਤਾਰਾ ਆਜ਼ਮ। ਸਗਲ ਜਮੋ ਕੀ ਮਿਸਲ ਨਿਹਾਰੀ, ਸਾਰੀ ਫੌਜ ਦੇ ਵਿੱਚ ਜਿਹੜੀਆਂ ਮਿਸਲਾਂ ਸੀ, ਟੁਕੜੀਆਂ ਸੀ, ਉਹਨਾਂ ਨੂੰ ਨਿਹਾਰਿਆ, ਚੰਗੀ ਤਰ੍ਹਾਂ ਇਹਨੇ ਦੇਖਿਆ। ਕੈ ਉਮਰਾਂ ਕੀ ਅਸ ਤਿਆਰੀ, ਆਪਣੇ ਅਮੀਰਾਂ ਵਜ਼ੀਰਾਂ ਉਮਰਾਵਾਂ ਨੂੰ ਕਹਿ ਕੇ ਜੰਗ ਦੀ ਤਿਆਰੀ ਕਰਵਾ ਲਈ। ਗਜ ਬਾਜਨ ਪਰ ਪਾਖਰ ਪਾਈ, ਹਾਂ, ਘੋੜਿਆਂ ਹਾਥੀਆਂ ਦੇ ਉੱਤੇ ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ, ਹਾਥੀਆਂ ਦੇ ਉੱਤੇ ਅੰਬਾਰੀਆਂ ਲਾ ਲਈਆਂ। ਸੜਿਓ ਆਪ ਗਨ ਬੰਬ ਬਜਾਈ, ਇਸ ਤਰ੍ਹਾਂ ਚੜ੍ਹਾਈ ਕਰ ਦਿੱਤੀ। ਆਪ ਇਹਨੇ ਬੰਬ ਵਜਾਏ, ਨਗਾਰੇ ਵਜਾਉਂਦਾ ਹੋਇਆ ਚੱਲ ਪਿਆ। ਦੱਖਣ ਦੇ ਕਰ ਕੂਚ ਹਮੇਸ਼ਾ, ਦੱਖਣ ਦਿਸ਼ਾ ਵੱਲੋਂ ਚੱਲਿਆ ਤੇ ਹਮੇਸ਼ਾ ਨਿੱਤਾ ਪ੍ਰਤੀ ਕੂਚ ਕਰਦਾ ਹੈ। ਕਿਤੇ ਟਿਕਾਣਾ ਕਰ ਲੈਂਦਾ, ਫਿਰ ਅਗਾਂਹ ਨੂੰ ਤੁਰ ਪੈਂਦਾ ਹੈ। ਆਦ ਚਲਿਓ ਸੁਣਿਓ ਜਿਸ ਦਿਸ਼ਾ, ਹਾਂ, ਦਿੱਲੀ ਵੱਲ ਨੂੰ ਆ ਰਿਹਾ ਹੈ ਤੇ ਰਸਤੇ ਵਿੱਚ ਜਿੱਥੇ ਨੇ ਪਤਾ ਕੀਤਾ ਵੀ ਮੇਰਾ ਭਰਾ ਬਹਾਦਰ ਸ਼ਾਹ ਕਿੱਥੇ ਹੈ, ਉਸ ਇਲਾਕੇ ਵੱਲ ਨੂੰ ਚੜ ਪਿਆ। ਗ੍ਰਾਮ ਨਗਰ ਬਨ ਰੰਗਤ ਆਈ, ਵੱਡੇ ਪਿੰਡ, ਵੱਡੇ ਸ਼ਹਿਰ, ਛੋਟੇ ਪਿੰਡ ਇਤਿਆਦਿਕ ਸਾਰਿਆਂ ਨੂੰ ਜੰਗਲਾਂ ਨੂੰ ਲੰਘਦਾ ਹੋਇਆ ਆਇਆ। ਲਸ਼ਕਰ ਦੀਰ ਗਨੀਰ ਸੁਗਾਈ, ਜਿੱਥੇ ਜਿੱਥੇ ਵੀ ਫੌਜ ਰੁਕਦੀ ਹੈ ਇਹ ਟਿਕਾਣਾ ਕਰਦੇ ਹੈ। ਉੱਥੇ ਵੱਡੇ ਵੱਡੇ ਜਲ ਦੇ ਸੋਮੇ, ਸਰੋਵਰ, ਛੱਪੜ, ਜਿੱਥੇ ਵੀ ਪਾਣੀ ਦੀਆਂ ਢਾਬਾਂ ਬਣੀਆਂ ਹੁੰਦੀਆਂ ਸੀ ਪੁਰਾਣੇ ਸਮਿਆਂ 'ਚ, ਜਿੱਥੇ ਵੀ ਫੌਜ ਰੁਕ ਜਾਂਦੀ ਹੈ ਉੱਥੋਂ ਦਾ ਪਾਣੀ ਸੁਕਾ ਦਿੰਦੇ ਆ। ਕੁਝ ਤਾਂ ਫੌਜ ਪੀ ਜਾਂਦੀ ਹੈ, ਹੁਣ 22 ਲੱਖ ਫੌਜ ਆ, ਤੇ ਕੁਝ ਹਾਥੀ ਘੋੜੇ ਪਾਣੀ ਪੀ ਕੇ ਪਾਣੀ ਸੁਕਾ ਦਿੰਦੇ ਹਨ। ਸੁਨ ਛਾ ਬਹਾਦਰ ਸੁਨ ਸੁਧ ਸਾਰੀ, ਇੱਧਰ ਬਹਾਦਰ ਸ਼ਾਹ ਨੇ ਜਦੋਂ ਸਾਰੀ ਇਹ ਸੁਧ ਸੁਣੀ, ਖਬਰ ਸੁਣੀ ਵੀ ਮੇਰਾ ਭਰਾ ਚੜ ਕੇ ਆ ਰਿਹਾ ਹੈ। ਸੰਸੈ ਹੋਤ ਸੁਨਤ ਦਲ ਭਾਰੀ, ਹੁਣ ਜਦੋਂ ਸੁਣਿਆ ਵੀ ਉਹਦੇ ਕੋਲ ਤਾਂ ਦਲ ਹੀ ਬੜਾ ਭਾਰੀ ਹੈ, ਫੌਜ ਹੀ ਬਹੁਤ ਜ਼ਿਆਦਾ, ਇੰਨਾ ਗੋਲੀ ਸਿੱਕਾ ਬਰੂਦ, ਉਹਦੇ ਕੋਲੇ ਸਭ ਸਹੂਲਤਾਂ ਜੰਗ ਜਿੱਤਣ ਵਾਲੀਆਂ, ਇਹਦੇ ਮਨ ਦੇ ਵਿੱਚ ਬੜਾ ਝੋਰਾ ਹੋਇਆ। ਮੋਤੇ 10 ਗੁਣ ਤੇਜ ਕਾਈ, ਕਹਿੰਦਾ ਮੇਰੇ ਕੋਲੇ ਤਾਂ ਕੁਝ ਵੀ ਫੌਜ ਨਹੀਂ, ਮੇਰੇ ਤੋਂ ਤਾਂ 10-20 ਗੁਣ, ਕਿੰਨੇ ਗੁਣਾ ਹੀ ਮੇਰੇ ਨਾਲੋਂ ਤਾਂ ਉਹਦੇ ਕੋਲੇ ਵੱਧ ਫੌਜ ਹੈ। ਤੋਪ ਜੰਬੂਰਨ ਜਤ ਸਮਦਾਈ, ਹਾਂ, ਤੋਪਾਂ ਵੱਡੀਆਂ ਤੋਪਾਂ, ਛੋਟੀਆਂ ਤੋਪਾਂ ਦੇ ਸਮੇਤ ਹੈ ਸਾਰੀ ਸੈਨਾ ਉਸਦੀ। ਲਸ਼ਕਰਿਆ ਅਲਪ ਹੈ ਸੰਗ ਮੇਰੇ, ਤੇ ਮੇਰੇ ਕੋਲ ਕੀ ਹੈ, ਕਹਿੰਦਾ ਅਲਪ ਜੀ ਸੈਨਾ, ਥੋੜੀ ਜੀ ਸੈਨਾ ਮੇਰੇ ਕੋਲ ਹੈ। ਗੁਰਬਚ ਪਰ ਵਿਸ਼ਵਾਸ ਵਡੇਰੇ, ਪਰ ਫਿਰ ਦੂਜੇ ਪਾਲੀ ਇਹਨੂੰ ਗੁਰੂ ਦੇ ਬਚਨਾਂ ਉੱਤੇ ਵਿਸ਼ਵਾਸ ਆਉਂਦਾ ਹੈ। ਬਹਾਦਰ ਸ਼ਾਹ, ਤੇਰੀ ਜਿੱਤ ਤੂੰ ਨਹੀਂ ਕਰਨੀ, ਤੇਰੀਆਂ ਫੌਜਾਂ ਨੇ ਨਹੀਂ ਕਰਨੀ, ਤੇਰੀ ਜਿੱਤ ਅਸੀਂ ਕਰਾਵਾਂਗੇ। ਤੇਰੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਤੈਨੂੰ ਰਾਜ ਭਾਗ ਦੇ ਉੱਤੇ ਅਸੀਂ ਆਪ ਬਿਠਾਵਾਂਗੇ। ਇਉਂ ਗੁਰੂ ਦੇ ਬਚਨ ਯਾਦ ਕਰਕੇ ਵੱਡਾ ਵਿਸ਼ਵਾਸ ਵਧਾਉਂਦਾ ਹੈ। ਅਪਰ ਪਾਏ ਨਹੀਂ ਅਬ ਕੋਈ, ਕਹਿੰਦਾ ਹੋਰ ਤਾਂ ਹੁਣ ਕੋਈ ਉਪਾਅ ਹੀ ਨਹੀਂ ਹੈ, ਹੋਰ ਤਾਂ ਕੋਈ ਹੀਲਾ ਵਸੀਲਾ ਨਹੀਂ, ਇਕ ਅੱਲਾ ਅਵਲੰਬੈ ਹੋਈ, ਸਿਰਫ ਇੱਕ ਅੱਲਾ ਦਾ ਹੀ ਅਵਲੰਬ ਹੈ। ਇੱਕ ਅੱਲਾ ਖੁਦਾ ਦਾ ਸਾਖਸ਼ਾਤ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ, ਉਹਨਾਂ ਦਾ ਹੀ ਮੈਨੂੰ ਆਸਰਾ ਹੈ। ਮੈਂ ਥੋੜਨ ਕੀ ਮਦਦ ਖੁਦਾਏ, ਤੇ ਮੈਂ ਸੁਣਿਆ ਵੀ ਜਿਹੜੇ ਥੋੜੇ ਹੁੰਦੇ ਐ, ਗਰੀਬ ਹੁੰਦੇ ਐ, ਉਹਨਾਂ ਦੀ ਮਦਦ ਖੁਦਾ ਕਰਦਾ ਹੈ। ਇਸੇ ਕਰਕੇ ਆਪਾਂ ਵਾਹਿਗੁਰੂ ਨੂੰ, ਸਤਿਗੁਰੂ ਜੀ ਨੂੰ ਗਰੀਬ ਨਵਾਜ਼ ਕਹਿੰਦੇ ਆ ਭਾਈ। ਉਹ ਗਰੀਬਾਂ ਨੂੰ ਨਵਾਜ਼ਦਾ ਹੈ, ਨਿਤਾਣਿਆਂ ਨੂੰ ਤਾਣ ਬਖਸ਼ਦਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ। ਇਹ ਕਹਿੰਦਾ ਸੁਣਿਆ ਵੀ ਗੁਰੂ ਨਾਨਕ ਦਾ ਘਰ ਗਰੀਬ ਨਵਾਜ਼ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ।
ਉਹ ਸਾਡੀ ਮਦਦ ਜ਼ਰੂਰ ਕਰਨਗੇ। ਜਾਂਦੇ ਨਿਚੈ ਮੁਰ ਮਨ ਆਈ। ਇਸ ਕਰਕੇ ਮੁੜ ਮੁੜ ਕੇ ਇਹਦੇ ਮਨ ਵਿੱਚ ਧਰਵਾਸ ਵੱਜਦਾ, ਨਿਸ਼ਚਾ ਵਿਸ਼ਵਾਸ ਵੱਜਦਾ, ਇਤਵਾਰ ਹੁੰਦਾ ਹੈ। ਇਤ ਸ੍ਰੀ ਗੁਰ ਕਰ ਪੂਜੋ ਮੇਛ। ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਦੱਖਣ ਦੇਸ਼ ਵੱਲ ਨੂੰ ਜਾਂਦੇ ਜਾਂਦੇ ਹੋਏ ਵਾਪਸ ਇਧਰ ਨੂੰ ਦਿੱਲੀ ਵੱਲ ਨੂੰ ਸਤਿਗੁਰੂ ਜੀ ਨੇ ਕੂਚ ਕਰ ਦਿੱਤਾ। ਦਿੱਲੀ ਦਿਸ ਕੋ ਗਮਨ ਕਰੇ ਸੋ। ਦਿੱਲੀ ਦੀ ਦਿਸ਼ਾ ਵੱਲ, ਦਿੱਲੀ ਵਾਲੇ ਪਾਸੇ ਨੂੰ ਸਤਿਗੁਰੂ ਜੀ ਚਾਲਾ ਮਾਰਦੇ। ਸੰਗ ਖਾਲਸਾ ਦਲ ਸਮੁਦਾਈ। ਸਤਿਗੁਰੂ ਜੀ ਦੇ ਨਾਲ ਸਾਰਾ ਖਾਲਸਾ ਦਲ ਹੈ। ਮਹਿਮਾ ਸੁਨ ਨਰ ਮਿਲੈ ਸੁਆਈ। ਸਤਿਗੁਰੂ ਜੀ ਦੀ ਮਹਿਮਾ ਆਉਂਦਿਆਂ ਦੀ ਸੁਣਦੇ ਆ। ਜਿੱਥੇ ਜਿੱਥੇ ਖਬਰ ਮਿਲਦੀ ਆ ਸੰਗਤਾਂ ਅੱਗੇ ਵਹੀਰਾਂ ਘੱਤ ਕੇ ਪਹੁੰਚਦੀਆਂ। ਦਰਸ਼ਨ ਦੇਥੇ ਕਰਤ ਨਿਹਾਲ। ਸਤਿਗੁਰੂ ਜੀ ਸਾਰਿਆਂ ਨੂੰ ਦਰਸ਼ਨ ਦਿੰਦੇ ਆ, ਨਿਹਾਲ ਕਰਦੇ ਆ ਰਹੇ ਆ। ਦੇਖੋ ਇੱਕ ਪਾਸੇ ਤਾਂ ਜੰਗ ਕਰਵਾ ਰਹੇ ਆ, ਕੈਸਾ ਨਰਵੈਰ ਗੁਰੂ ਹੈ, ਇੱਕ ਪਾਸੇ ਸੰਗਤਾਂ ਨੂੰ ਉਤਾਰਦੇ ਆ ਰਿਹਾ। ਕੋਈ ਮਨ ਦੇ ਵਿੱਚ ਐਸਾ ਤੌਖਲਾ ਨਹੀਂ ਵੀ ਜੰਗ ਕਿਵੇਂ ਜਿੱਤੀ ਜਾਊ, ਕਿਵੇਂ ਉਹਦੀ ਮਦਦ ਕਰਾਂਗੇ। ਸਭ ਕੁਝ ਗੁਰੂ ਨਾਨਕ ਦੇ ਆਸਰੇ, ਅਕਾਲ ਪੁਰਖ ਦੇ ਆਸਰੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਆ ਰਹੇ ਹਨ। ਪੁਰੈ ਕਾਮਨਾ ਜਨਨ ਕਿਰਪਾਲ। ਸਤਿਗੁਰ ਸੱਚੇ ਪਾਤਸ਼ਾਹ ਜੀ ਲੋਕਾਂ ਦੀ, ਸਿੱਖਾਂ ਦੀ, ਸੰਗਤਾਂ ਦੀ ਕਿਰਪਾਲੂ ਸਤਿਗੁਰੂ ਜੀ ਹਰ ਇੱਛਾ ਪੂਰੀ ਕਰਦੇ ਆ ਰਹੇ ਹਨ। ਉਤੇ ਔਰੰਗ ਕੇ ਨੰਦਨ ਦੋ। ਉਧਰ ਔਰੰਗਜ਼ੇਬ ਦੇ ਨੰਦਨ ਇਹਦੇ ਪੁੱਤ ਹਨ ਜਿਹੜੇ ਦੋਵੇਂ। ਭਇਓ ਭੇਰ ਚੰਬਲ ਤੜਸੋ। ਸੋ ਇਹਨਾਂ ਦਾ ਚੰਬਲ ਨਦੀ ਦੇ ਕਿਨਾਰੇ ਦੇ ਉੱਤੇ ਭੇੜ ਹੋ ਗਿਆ। ਦੋ ਦਿਸ਼ਨ ਦੇ ਬਜੇ ਨਗਾਰੇ। ਦੋਵੇਂ ਦਿਸ਼ਾਵਾਂ ਤੋਂ ਨਗਾਰੇ ਵੱਜਦੇ ਹਨ। ਰਣ ਸਿੰਘੇ ਬੜ ਸ਼ਬਦ ਉਠਾਰੇ। ਰਣ ਸਿੰਘੇ ਵੱਜਦੇ ਆ, ਵੱਡਾ ਉਹਨਾਂ ਦਾ ਨਾਦ ਸ਼ਬਦ ਉੱਠ ਰਿਹਾ ਹੈ। ਲਸ਼ਕਰ ਪਰੇ ਕਰੇ ਅਰਾਰੀ। ਹਾਂ, ਜਿਹੜੇ ਲਸ਼ਕਰ ਹੈ, ਸੈਨਾ ਧਾ ਕੇ ਫੌਜਾਂ ਇੱਕ ਦੂਜੇ ਦੇ ਉੱਤੇ ਪੈਂਦੀਆਂ ਔਰ ਅੜਦੇ ਹਨ ਇੱਕ ਦੂਜੇ ਦੇ ਅੱਗੇ। ਜਿਹੜੇ ਅੜਦੇ ਆ ਉਹ ਇੱਕ ਦੂਜੇ ਨੂੰ ਵੈਰੀ ਸਮਝ ਕੇ ਮਾਰ ਰਹੇ ਹਨ। ਛੁਟੀ ਤੋਪ ਕਨ ਨਭ ਰਵ ਭਰੇ। ਤੋਪਾਂ ਦੇ ਗੋਲੇ ਛੁੱਟਦੇ ਆ, ਇਉਂ ਲੱਗਦਾ ਹੈ ਵੀ ਜਿਹੜਾ ਆਕਾਸ਼ ਦਾ ਜਿਹੜਾ ਸੂਰਜ ਹੈ ਨਾ ਉਹ ਵੀ ਭਰ ਗਿਆ ਧੂੜ ਮਿੱਟੀ ਦੇ ਨਾਲ। ਸਾਰਾ ਵਾਤਾਵਰਨ ਧੁੰਦਲਾ ਹੋਇਆ। ਧੂਮਤਾਰ ਪਸਰੀ ਇੱਕ ਬਾਰੀ। ਸਾਰੇ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਧੂਏ ਦੀ ਧਾਰਾ, ਧੂਆਂ ਹੀ ਧੂਆਂ ਫੈਲ ਗਿਆ, ਧੂਆਂ ਧਾਰ ਹੋ ਗਿਆ। ਮੈਂ ਦੀਖਤ ਤ੍ਰਿਗ ਪਾਨ ਪਸਾਰੀ। ਇੰਨਾ ਧੂਆਂ ਧਾਰ ਹੋ ਗਿਆ ਵੀ ਹੱਥ ਨੂੰ ਹੱਥ ਮਾਰਿਆ ਨਹੀਂ ਦਿਖਦਾ। ਅੱਖਾਂ ਨਾਲ ਤਾਂ ਕੀ ਦਿਖਾਈ ਦੇਣਾ ਹੈ। ਸ਼ਲਕ ਜਮੋਰਨ ਕੀ ਬੜ ਹੋਈ। ਸੋ ਇਸ ਪ੍ਰਕਾਰ ਸ਼ਲਖ ਜਮੂਰਨ ਕੀ ਬੜ ਹੋਈ। ਜਿਹੜੇ ਜਮੂਰੇ ਹਨ, ਛੋਟੀਆਂ ਤੋਪਾਂ, ਹਥਿਆਰ, ਬੰਦੂਕਾਂ ਇਤਿਆਦਿਕ ਚੱਲਦੇ ਹਨ। ਵਰਗਣ ਲਗੇ ਲੋ ਦਿਸ ਦੋਈ। ਦੋਵੇਂ ਦਿਸ਼ਾਵਾਂ ਤੋਂ ਲੋਹਾ ਵਰ ਰਿਹਾ ਹੈ, ਲੋਹੇ ਦੀ ਵਰਖਾ ਹੋ ਰਹੀ ਹੈ। ਮਨੋ ਆਕਾਸ਼ ਫੂਟ ਬਿਰ ਪਰਿਓ। ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਆਕਾਸ਼ ਹੀ ਫੁੱਟ ਗਿਆ, ਆਕਾਸ਼ ਫਟ ਗਿਆ ਤੇ ਆਕਾਸ਼ ਤੋਂ ਸਭ ਕੁਝ ਡਿੱਗ ਰਿਹਾ ਹੁੰਦਾ, ਗੋਲਾ ਬਰੂਦ। ਈਖਣ ਸ਼ਬਦ ਭੂਮਨ ਭਰਿਓ। ਸਾਰੀ ਧਰਤੀ ਦੇ ਉੱਤੇ ਬਹੁਤ ਭਿਆਨਕ ਜਿਹੜੀਆਂ ਆਵਾਜ਼ਾਂ ਆ ਰਹੀਆਂ, ਰੌਲਾ ਰੱਪਾ ਪੈ ਰਿਹਾ ਆਕਾਸ਼ ਤੱਕ। ਮਾਰ ਮਾਰ ਪੈਰ ਉਠਾਇਓ। ਮਾਰ ਲਓ, ਮਾਰ ਲਓ, ਫੜ ਲਓ, ਫੜ ਲਓ, ਇਹੋ ਜਿਹੀਆਂ ਆਵਾਜ਼ਾਂ, ਰੌਲਾ ਰੱਪਾ, ਯਾ ਅਲੀ ਦੇ ਨਾਰਿਆਂ ਦੇ ਨਾਲ ਆਕਾਸ਼ ਗੂੰਜ ਰਿਹਾ। ਬਹੁਤ ਰੌਲਾ ਰੱਪਾ ਪੈ ਰਿਹਾ ਹੈ। ਇਨ ਸਗਲੇ ਦਿਨ ਜੰਗ ਮਚਾਇਓ। ਇਉਂ ਸਾਰਾ ਦਿਨ ਸਾਧ ਸੰਗਤ ਜੀ ਜੰਗ ਹੁੰਦਾ ਰਿਹਾ ਹੈ। ਪਹਿਲੇ ਦਿਨ ਦਾ ਜੰਗ ਜਿਹੜਾ ਇਹ ਆਪਾਂ ਅੱਜ ਸਰਵਣ ਕਰ ਲਿਆ। ਦੂਜੇ ਦਿਨ ਦੀ ਜੰਗ, ਤੀਜੇ ਦਿਨ ਦੀ ਜੰਗ, ਫਿਰ ਸਤਿਗੁਰੂ ਸਾਹਿਬ ਜੀ ਕਿਵੇਂ ਪਹੁੰਚ ਕੇ ਬਹਾਦਰ ਸ਼ਾਹ ਦੀ ਰੱਖਿਆ ਕਰਨਗੇ। ਸੋ ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ। ਆਓ ਆਪਾਂ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਗਜਾਈਏ ਜੀ। ਮਾਰ ਮਾਰ ਪੈਰ ਔਰ ਉਠਾਇਓ, ਏਮ ਸਾਗਰੇ ਦਿਨ ਜੰਗ ਮਚਾਇਓ।